ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਪੁੰਨ ਜੀਤੇ ਪੰਚ ਵਿਕਾਰ। ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਸਵਾ ਜਾਮ ਜਾਮਣ ਤੇ ਕੀਰਤਨ। ਕਰਹਿ ਰਬਾਬੇ ਸ਼ਬਦ ਉਚਾਰ। ਸ੍ਰੀ ਅਰਜਨ ਜੁਤ ਮੋਰੀ ਆਦਿਕ ਸੁਨੈ ਸਕਲ ਅਰ ਕਰਹਿ ਵਿਚਾਰ। ਸਵਾ ਜਾਮ ਜਾਮਣ ਤੇ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਮੁਬਾਰਕ ਗੋਦ ਦੇ ਅੰਦਰ ਦਿਨ ਦੇ ਚੌਥੇ ਪਹਿਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਬਖਸ਼ਿਸ਼ ਨਾਲ ਨਿਵਾਜੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਜਿੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਸਤਿਗੁਰਾਂ ਦੀ ਗੋਦ ਦੇ ਵਿੱਚ ਬੈਠ ਕੇ ਬੜੇ ਪਿਆਰ ਦੇ ਨਾਲ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ, ਜੋ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਲੜੀਵਾਰ ਇਤਿਹਾਸ ਦਾ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਸੋ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਿੰਨ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ, ਦੂਸਰੇ ਨੰਬਰ ਤੇ ਬਾਬਾ ਮਹਾਦੇਵ ਜੀ ਤੇ ਤੀਸਰੇ ਨੰਬਰ ਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਬਾਬਾ ਮਹਾਦੇਵ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕਰਦੇ ਨੇ ਕਿ ਉਹਨਾਂ ਦਾ ਮਨ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਪੂਰਨਮਾਸ਼ੀ ਦੇ ਜਿਹੜੇ ਵੱਡੇ ਜੋੜ ਮੇਲੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਨਾਏ ਜਾਂਦੇ ਨੇ, ਜਾ ਕੇ ਦਰਸ਼ਨ ਕਰੀਏ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਆਪ ਵੀ ਨਾਲ ਚੱਲਣ ਵਾਸਤੇ ਤਿਆਰ ਹੋ ਜਾਂਦੇ ਨੇ। ਖਡੂਰ ਸਾਹਿਬ ਦੀ ਧਰਤੀ ਤੇ ਬਾਬਾ ਦਾਤੂ ਜੀ ਕੋਲ ਰੁਕ ਕੇ ਗੋਇੰਦਵਾਲ ਸਾਹਿਬ ਪਹੁੰਚਦੇ ਆ। ਅੱਗੋਂ ਬਾਬਾ ਮੋਹਨ ਜੀ ਤੇ ਸਾਰਾ ਪਰਿਵਾਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਅਗਲਵਾਂਡੀ ਹੋ ਕੇ ਬਹੁਤ ਸਤਿਕਾਰ ਮਾਣ ਕਰਦਾ ਹੈ। ਇੱਥੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਸਾਰੇ ਪਰਿਵਾਰ ਨਾਲ ਬੈਠ ਕੇ ਆਤਮ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ। ਗੁਰ ਅਸਥਾਨਾਂ ਦੇ ਦਰਸ਼ਨ ਦੀਦਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਰਦੇ ਆ। ਉਹ ਸਮਾਂ ਆ ਜਾਂਦਾ ਹੈ ਪੂਰਨਮਾਸ਼ੀ ਦੇ ਜੋੜ ਮੇਲੇ ਦਾ, ਜਿੱਥੇ ਬਹੁਤ ਭਾਵਨਾ ਦੇ ਨਾਲ ਸਿੱਖ ਸੰਗਤਾਂ ਦੀ ਸੇਵਾ ਜਿਹੜੀ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਸਾਰਾ ਹੀ ਪਰਿਵਾਰ, ਇੱਧਰ ਬਾਬਾ ਮਹਾਦੇਵ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਸਾਰੇ ਸਿੱਖ ਸੰਗਤਾਂ ਮਸੰਦ ਸਾਰੇ ਰਲ ਕੇ
ਸੰਗਤਾਂ ਦਾ ਬਹੁਤ ਸਤਿਕਾਰ ਮਾਣ ਕਰਦੇ ਆ। ਡੱਲੇ ਪਿੰਡ ਤੋਂ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੀਆਂ ਸਨ, ਜਿੱਥੇ ਸੰਗਤਾਂ ਆ ਕਰਕੇ ਸਤਿਗੁਰ ਪਾਤਸ਼ਾਹ ਦੀ ਬਾਣੀ ਸੁਣਦੀਆਂ ਨੇ, ਪਾਵਨ ਬੌਲੀ ਸਾਹਿਬ ਦੇ ਅੰਦਰ ਇਸ਼ਨਾਨ ਕਰਦੀਆਂ ਨੇ। ਇਸ ਮਹਾਨ ਜੋੜ ਮੇਲੇ ਤੇ ਆ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦੀਆਂ ਨੇ, ਜਿਨ੍ਹਾਂ ਦੇ ਮਨ ਵਿੱਚ ਇਹ ਭਾਵ ਹੈ ਕਿ ਇਹ ਜੋੜ ਮੇਲੇ ਦੇ ਅੰਦਰ ਜਿਹੜੀ ਸੰਗਤ ਪਹੁੰਚਦੀ ਹੈ ਉਹਨੂੰ ਇਹੋ ਜਿਹਾ ਹੀ ਭਾਵ ਪ੍ਰਾਪਤ ਹੁੰਦਾ ਹੈ ਜਿਵੇਂ ਜਿਹੜੀ ਬਖਸ਼ਿਸ਼ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੱਖ ਤੌਰ ਤੇ ਕਿਸੇ ਨੇ ਦਰਸ਼ਨ ਕਰ ਲਏ ਹੋਣ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੱਖ ਤੌਰ ਤੇ ਕੋਈ ਦਰਸ਼ਨ ਕਰੇ, ਜੋ ਮਨੋਰਥ ਉਸ ਦੇ ਪੂਰੇ ਹੁੰਦੇ ਨੇ, ਜੋ ਭਾਵਨਾ ਨੂੰ ਫਲ ਉਸ ਸਮੇਂ ਲੱਗਦਾ। ਇਸੇ ਤਰ੍ਹਾਂ ਪੂਰਨਮਾਸ਼ੀ ਦੇ ਜੋੜ ਮੇਲੇ ਤੇ ਸੰਗਤਾਂ ਦੇ ਮਨ ਦੇ ਇਹ ਭਾਵਨਾ ਹੈ, ਇਹ ਵਿਸ਼ਵਾਸ ਹੈ, ਇਹ ਭਰੋਸਾ ਹੈ। ਤੇ ਮਹਾਂਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਅੱਜ ਵੀ ਉਸੇ ਤਰੀਕੇ ਨਾਲ ਇਹਨਾਂ ਜੋੜ ਮੇਲਿਆਂ ਵਿੱਚ ਸੰਗਤਾਂ ਜਾਂਦੀਆਂ ਨੇ ਤੇ ਸੰਗਤਾਂ ਉਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਰਹਿਮਤਾਂ, ਬਖਸ਼ਿਸ਼ਾਂ, ਅਸੀਸਾਂ ਉਸ ਅਸਥਾਨ ਤੋਂ ਪ੍ਰਾਪਤ ਕਰਦੀਆਂ। ਇਸ ਤਰੀਕੇ ਨਾਲ ਮਹਾਨ ਜੋੜ ਮੇਲਾ ਹੋਇਆ। ਸਿੱਖੀ ਦੀ ਦਾਤ ਲੈ ਕੇ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਕੇ ਗੁਰੂ ਗੁਰੂ ਜਪਦੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਨੂੰ ਪ੍ਰਸਥਾਨ ਕਰ ਜਾਂਦੀਆਂ। ਇੱਧਰ ਅਜੇ ਵੀ ਜਿੱਥੇ ਹੋਰ ਸੰਗਤਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅਜੇ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਆਉਂਦੀਆਂ ਨੇ। ਨਿਤ ਉੱਥੇ ਸਤਸੰਗ ਦੇ ਪ੍ਰਵਾਹ ਹੋਣ ਲੱਗ ਪਏ, ਆਤਮ ਗਿਆਨ ਦੀ ਚਰਚਾ ਹੁੰਦੀ ਹੈ। ਇਸੇ ਤਰੀਕੇ ਨਾਲ ਦਿਨ ਰਾਤ ਸਤਸੰਗਤ ਦੇ ਪ੍ਰਵਾਹ ਜਿਹੜੇ ਨੇ ਚੱਲਣ ਲੱਗ ਪੈਂਦੇ। ਜਿਵੇਂ ਇਸ ਧਰਤੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਰਹਿਮਤਾਂ ਕਰਦੇ ਹੈ, ਸਤਸੰਗ ਦੇ ਪ੍ਰਵਾਹ ਚੱਲਦੇ ਨੇ, ਤੇ ਕਿਵੇਂ ਬਾਬਾ ਮਹਾਦੇਵ ਜੀ ਨੇ ਅੱਗੇ ਆ ਕੇ ਜਿਵੇਂ ਆਤਮ ਗਿਆਨ ਪ੍ਰਾਪਤ ਕੀਤਾ ਹੈ। ਇਹ ਪ੍ਰਸੰਗ ਸਾਰਿਆਂ ਨੇ ਰਲ ਮਿਲ ਕੇ ਸਰਵਣ ਕਰਨਾ ਹੈ। ਉਸ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠੀ ਸਾਰੀ ਸੰਗਤ ਅਤੇ ਮੀਡੀਆ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਸਾਰੀ ਸੰਗਤ ਸੁਰਤ ਨੂੰ ਟਿਕਾਉਂਦਿਆਂ ਮਨ ਗੁਰੂ ਚਰਨਾਂ ਵਿੱਚ ਟਿਕ ਸਕੇ। ਸਾਰੇ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਸਵਾ ਜਾਮ ਜਾਮਣ ਤੇ ਕੀਰਤਨ ਕਰਹਿ ਰਬਾਬੇ ਸ਼ਬਦ ਉਚਾਰ। ਸਾਧ ਸੰਗਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਾਰੇ ਆਪਣਾ ਧਿਆਨ ਲੈ ਚੱਲੋ, ਜਿਸ ਧਰਤੀ ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਮਹਾਨ ਰਹਿਮਤਾਂ ਇਸ ਵਕਤ ਵਰਸਾ ਰਹੇ ਨੇ, ਸੰਗਤਾਂ ਨੂੰ ਬਾਣੀ ਨਾਲ ਜੋੜ ਰਹੇ ਨੇ, ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਦਾ ਵੱਲ ਸਿਖਾ ਰਹੇ ਨੇ। ਸਤਿਗੁਰਾਂ ਦੇ ਮਿੱਠੇ ਮਿੱਠੇ ਬੋਲ, ਮਿੱਠੇ ਬਚਨ ਜਿਹੜਾ ਕੋਈ ਸੁਣਦਾ ਉਹਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਦਾ ਰੰਗ ਚੜ ਜਾਂਦਾ। ਰੋਜ਼ਾਨਾ ਦਾ ਨੇਮ ਬਣ ਗਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਿ ਸਵਾ ਪਹਿਰ ਦਿਨ ਭਾਵ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਸੀ, ਉਸ ਤੋਂ ਲੈ ਕੇ ਦਿਨ ਚੜ੍ਹਨ ਤੱਕ, ਜਿੱਥੇ ਸਵੇਰੇ ਸ਼ਾਮ ਦੇ ਦੀਵਾਨ ਬੜੇ ਸੁੰਦਰ ਢੰਗ ਦੇ ਨਾਲ ਹੁੰਦੇ ਆ ਤੇ ਰਬਾਬੀ ਜਿਹੜੇ ਨੇ ਉਹਨਾਂ ਦੀਵਾਨਾਂ ਦੇ ਅੰਦਰ ਬੜੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਦੇ ਹਨ। ਸ੍ਰੀ ਅਰਜਨ ਜੁਤ ਮੋਹਰੀ ਆਦਿਕ ਸੁਨੈ ਸਕਲ ਯਾਰ ਕਰਹਿ ਵਿਚਾਰ। ਸਵੇਰੇ ਸ਼ਾਮ ਦੇ ਜਿੱਥੇ ਦੀਵਾਨ ਸਜਦੇ ਨੇ, ਸਾਧ ਸੰਗਤ ਰਬਾਬੀ ਸ਼ਬਦ ਪੜ੍ਹਦੇ ਨੇ, ਗਾਇਨ ਕਰਦੇ ਨੇ, ਇਹਦੇ ਨਾਲ ਨਾਲ ਜਿੱਥੇ ਸੁੰਦਰ ਸ਼ਬਦਾਂ ਕਰਦੇ ਨੇ ਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਬਾਬਾ ਮੋਹਰੀ ਜੀ, ਸਾਰਾ ਪਰਿਵਾਰ ਸਿੱਖ ਸੰਗਤਾਂ ਦੇ ਸਮੇਤ ਮਿਲ ਕਰਕੇ ਉਹਨਾਂ ਪਾਵਨ ਸ਼ਬਦਾਂ ਦੀ ਰਲ ਮਿਲ ਕੇ ਸਾਰੇ ਵਿਚਾਰ ਵੀ ਕਰਦੇ ਹਨ। ਮਿਥਿਆ ਜਗਤ ਜਾਣ ਕਰ ਨਿਸ਼ਚੀ ਅੰਤਰ ਬ੍ਰਿਤੀ ਕਰਹਿ ਸੁਖਕਾਰ। ਜਿਉਂ-ਜਿਉਂ ਕੋਈ ਬਾਣੀ ਪੜ੍ਹਦਾ ਹੈ, ਸ਼ਬਦ ਨਾਲ ਜੁੜਦਾ ਹੈ, ਉਹਨੂੰ ਸਮਝ ਆਉਣ ਲੱਗ ਪੈਂਦੀ ਹੈ। ਜਿਵੇਂ ਰੋਜ਼ ਸਿੱਖ ਆਸਾ ਕੀ ਵਾਰ ਕੀਰਤਨ ਦੇ ਵਿੱਚੋਂ ਇਹ ਦ੍ਰਿੜ ਕਰਦਾ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹ ਜੋ ਸੰਸਾਰ ਦਿਸ ਰਿਹਾ ਹੈ, ਇਹਨੇ ਸਾਰੇ ਦੇ ਸਾਰੇ ਨੇ ਇੱਕ ਨਾ ਇੱਕ ਦਿਨ ਬਿਨਸ ਜਾਣਾ। ਸਭ ਜਗ ਚੱਲਣ ਹਾਰ ਦੀ ਅਵਸਥਾ ਸਮਝ ਵਿੱਚ ਆਉਂਦੀ ਹੈ। ਜਿਸ ਸੰਸਾਰ ਦੇ ਮੋਹ ਵਿੱਚ ਪੈ ਕੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਭੁੱਲੀ ਬੈਠਾ ਹੈ, ਸਤਿਗੁਰੂ ਜਿਉਂ-ਜਿਉਂ ਸ਼ਬਦ ਦੀ ਵਿਚਾਰ ਕਰਦੇ ਹੈ ਤੇ ਜੀਵਾਂ ਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਅਸੀਂ ਸੰਸਾਰ ਦੇ ਵਿੱਚ ਸਦਾ ਨਹੀਂ ਰਹਿਣਾ ਹੈ। ਇਹ ਸੰਸਾਰ ਮਿਥਿਆ ਹੈ,
ਇਹ ਭਾਵ ਇੱਕ ਨਾ ਇੱਕ ਦਿਨ ਵਿਨਸ ਜਾਏਗਾ। ਜਿਉਂ-ਜਿਉਂ ਕਿਸੇ ਨੂੰ ਇਸ ਸੰਸਾਰ ਦੇ ਮੋਹ ਦੀ ਤੰਦ ਦੇ ਵਿੱਚੋਂ ਆਜ਼ਾਦੀ ਮਿਲਦੀ ਹੈ, ਤਿਉਂ-ਤਿਉਂ ਅੰਤਰਬਿਤੀ ਆਪਣੇ ਅੰਤਰ ਆਤਮੇ ਧਿਆਨ ਜੁੜਦਾ ਹੈ। ਜਿਉਂ-ਜਿਉਂ ਅੰਤਰ ਆਤਮੇ ਧਿਆਨ ਜੁੜਦਾ ਹੈ ਤੇ ਉਹ ਸੁੱਖ ਦੀ ਕਾਰ ਭਾਵ ਪਰਮੇਸ਼ਰ ਦੇ ਨਾਮ ਸਿਮਰਨ ਵਾਲੀ ਕਾਰ ਸਾਰੇ ਕਰ ਲੱਗ ਪੈਂਦੇ ਨੇ, ਕਿਉਂਕਿ ਸਮਝ ਆ ਜਾਂਦੀ ਹੈ ਕਿ ਧਨ ਪਦਾਰਥਾਂ ਵਿੱਚੋਂ ਸੁੱਖ ਨਹੀਂ, ਦੇਸ਼ ਵਿਦੇਸ਼ ਦੇ ਵਿੱਚੋਂ ਘੁੰਮਿਆਂ ਫਿਰਿਆਂ ਸੁੱਖ ਨਹੀਂ ਪ੍ਰਾਪਤ ਹੋਣਾ। ਜੇ ਸੁੱਖ ਪ੍ਰਾਪਤ ਕਰਨਾ ਤਾਂ ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਤੇ ਪਰਮੇਸ਼ਰ ਦੇ ਗੁਣਾਂ ਨੂੰ ਜਪਿਆਂ, ਉਹਦਾ ਸਿਮਰਨ ਕੀਤਿਆਂ, ਇਹ ਸੁੱਖਾਂ ਦੀ ਕਾਰ ਸਾਰੇ ਰਲ ਕੇ ਰੱਬ ਦੇ ਸਿਮਰਨ ਵਾਲੀ ਕਰਦੇ ਨੇ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ। ਇਸ ਢੰਗ ਨਾਲ ਸਾਰੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਮਨੋ ਮਹਾ ਮੁਨ ਮਨ ਸੁਧ ਕਰਬੀ, ਕਪਲ ਰਖੀ ਜੁਤ ਕੀ ਅਨੁਹਾਰ। ਜਿਸ ਤਰੀਕੇ ਦੇ ਨਾਲ ਵੱਡੇ ਵੱਡੇ ਰਿਸ਼ੀ ਮੁਨੀ ਕਪਲ ਸ਼ਾਸਤਰ ਦੇ ਦੱਸੇ ਦੇ ਅਨੁਸਾਰ ਅੰਤਰ ਆਤਮੇ ਦੀ ਖੋਜ ਕਰਦੇ ਨੇ, ਇੱਥੇ ਤੇ ਪ੍ਰਤੱਖ ਤੌਰ ਤੇ ਮੇਰੇ ਸਤਿਗੁਰਾਂ ਨੇ ਦੋ ਰੂਪ ਬਖਸ਼ੇ। ਜਦੋਂ 6ਵੇਂ ਜਾਮੇ ਦੇ ਵਿੱਚ ਸੰਤ ਤੇ ਸਿਪਾਹੀ ਦਾ ਸੁਮੇਲ ਕੀਤਾ, ਜਿਹੜੇ ਜਿਨ੍ਹਾਂ ਦੇ ਹਿਰਦੇ ਵਿੱਚੋਂ ਇੱਕ ਖਿੰਨ ਵਾਸਤੇ ਵੀ ਪਰਮਾਤਮਾ ਦਾ ਨਾਮ ਨਾ ਵਿਸਰੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਅਸਲ ਵਿੱਚ ਉਹ ਪੂਰਨ ਸੰਤ ਦੀ ਅਵਸਥਾ ਤੇ ਪਹੁੰਚ ਜਾਂਦੇ। ਸਤਿਗੁਰੂ ਪਾਤਸ਼ਾਹ ਦੀ ਬਾਣੀ ਨਾਲ ਜੁੜ ਕੇ ਉਹ ਸੰਤ ਰਿਸ਼ੀ ਜਿਸ ਢੰਗ ਨਾਲ ਜਿਹੜਾ ਗਿਆਨ ਅਨੇਕਾਂ ਅਭਿਆਸਾਂ ਦੇ ਨਾਲ ਤੇ ਅਨੇਕਾਂ ਆਸਨਾਂ ਨਾਲ ਪ੍ਰਾਪਤ ਕਰਦੇ ਸੀ, ਉਹ ਆਤਮ ਗਿਆਨ ਦੀ ਅਵਸਥਾ ਸਤਿਗੁਰੂ ਦੀ ਬਾਣੀ ਤੇ ਸਿਮਰਨ ਦੇ ਨਾਲ ਸਹਿਜੇ ਹੀ ਸਿੱਖਾਂ ਨੂੰ ਪ੍ਰਾਪਤ ਹੋਣ ਲੱਗ ਪਈ ਸੀ। ਏਕ ਪ੍ਰਤਾਪ ਅਣਜ ਕੋ ਤਬ ਹੀ, ਜਿਨ ਕੇ ਉਪਦੇਸ਼ਤ ਹੋਏ ਗਿਆਨ। ਇੱਧਰ ਜਿੱਥੇ ਸਿੱਖ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰਾਂ ਕਰਕੇ ਮਨ ਇੱਛਤ ਫਲ ਪ੍ਰਾਪਤ ਕਰਦੀਆਂ ਨੇ, ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ। ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ, ਪ੍ਰਤੱਖ ਹਰ ਕੇ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਪ੍ਰਤੱਖ ਪਰਮਾਤਮਾ ਦਾ ਰੂਪ ਨੇ। ਇਹੋ ਜੀਆਂ ਵਡਿਆਈਆਂ ਜਦੋਂ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ ਸਾਧ ਸੰਗਤ ਪ੍ਰਗਟ ਹੋਣ ਲੱਗ ਪਈਆਂ, ਆਪਣੇ ਭਰਾ ਦੀ ਵਡਿਆਈ ਵੇਖ ਕਰਕੇ ਬਾਬਾ ਮਹਾਦੇਵ ਜੀ, ਉਹਨਾਂ ਦੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਮਹਾਰਾਜ ਉਮਰ ਕਰਕੇ ਛੋਟੇ ਨੇ, ਪਰ ਆਪਣੇ ਭਰਾ ਦੀਆਂ ਵਡਿਆਈਆਂ, ਉਹਨਾਂ ਦਾ ਤੇਜ ਪ੍ਰਤਾਪ ਵੇਖ ਕਰਕੇ ਬਾਬਾ ਮਹਾਦੇਵ ਜੀ ਦਾ ਮਨ ਵੀ ਜਿਹੜਾ ਹੈ, ਉਹਨਾਂ ਦਾ ਹਿਰਦਾ ਵੀ ਜਿਹੜਾ ਹੈ, ਇਸ ਭਾਵਨਾ ਵਿੱਚ ਜੁੜ ਗਿਆ ਕਿ ਮੈਂ ਆਪਣੇ ਭਰਾ ਦੇ ਕੋਲੋਂ ਜੀਵਨ ਦਾ ਗਿਆਨ ਸਮਝ ਕਰਕੇ ਆਪਣਾ ਜੀਵਨ ਜਿਹੜਾ ਹੈ ਸੰਸਾਰ ਦੇ ਵਿੱਚ ਆਉਣ ਦਾ ਪਨੋਰਥ ਉਹ ਸਫਲ ਕਰ ਲਵਾਂ। ਭਰਾਤ ਸੰਬੰਧ ਜਾਣ ਕਰ ਕੂਰੋ, ਮਹਾਦੇਵ ਸ਼ਰਧਾਲੂ ਮਹਾਨ। ਜਿਹੜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਉਪਦੇਸ਼ਾਂ ਨਾਲ ਹਿਰਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਪ੍ਰਗਟ ਹੁੰਦੀ ਹੈ, ਬਾਬਾ ਮਹਾਦੇਵ ਜੀ ਨੇ ਇਹ ਜਾਣ ਕਰਕੇ ਆਪਣੇ ਭਰਾ ਦੇ ਸੰਬੰਧ, ਭਾਵ ਕਿ ਇਹ ਭਰਾਵਾਂ ਦੇ ਸੰਬੰਧ ਤੇ ਕੂੜੇ ਨੇ। ਅਸਲ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕੇਵਲ ਮੇਰੇ ਭਰਾ ਨਹੀਂ, ਇਹ ਉਹ ਬਖਸ਼ਿਸ਼ ਨਾਲ ਨਿਵਾਜੇ ਨੇ ਜਿਹਦੇ ਬਾਰੇ ਦੇ ਵਿੱਚ ਭੱਟ ਸਾਹਿਬਾਨ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਗੁਰੂ ਨਾਨਕ ਦੇ ਵਿੱਚ ਤੇ ਮੇਰੇ ਭਰਾ ਗੁਰੂ ਅਰਜਨ ਸਾਹਿਬ ਵਿੱਚ ਹੁਣ ਕੋਈ ਫਰਕ ਨਹੀਂ। ਇਸ ਢੰਗ ਦੇ ਨਾਲ ਬਾਬਾ ਮਹਾਦੇਵ ਜੀ ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਵਡਿਆਈ ਨੂੰ ਜਾਣਦਿਆਂ ਹੋਇਆਂ ਉਹਨਾਂ ਦੇ ਪ੍ਰਤੀ ਬੜੀ ਮਹਾਨ ਸ਼ਰਧਾ ਰੱਖ ਕੇ ਬੜਾ ਪਿਆਰ ਕਰਨ ਲੱਗ ਪਏ ਹਨ। ਤਨ ਤਜਬੇ ਕੋ ਸਮੈ ਨਿਕਟ ਲਖ, ਜਨਮ ਸਫਲਤਾ ਚਹ ਮਨ ਮਾਨ। ਤੇ ਬਾਬਾ ਮਹਾਦੇਵ ਜੀ ਵੀ ਜਿਉਂ-ਜਿਉਂ ਬਾਣੀ ਪੜ੍ਹਦੇ ਨੇ, ਸੁਣਦੇ ਨੇ, ਉਹਨਾਂ ਨੂੰ ਵੀ ਇਹ ਗੱਲ ਹੁਣ ਇਸ ਭਾਵ 'ਚ ਸਮਝ ਆਉਂਦੀ। ਜਿਹੜਾ ਸਿੱਖ ਗੁਰੂ ਕੀ ਗੋਦ ਵਿੱਚ ਆਉਂਦਾ ਹੈ ਨਾ, ਉਹ ਕੱਲ ਤੇ ਕੁਝ ਨਹੀਂ ਜੇ ਛੱਡਦਾ। ਉਹਨੂੰ ਇੱਕ ਗੱਲ ਦੀ ਸਮਝ ਆਉਣ ਲੱਗ ਪੈਂਦੀ ਹੈ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਅਸੀਂ ਇੱਕਦਮ ਆ ਦਮ ਆ ਰਿਹਾ ਹੈ ਤੇ ਅਸੀਂ ਸਵਾਸ ਚੱਲ ਰਹੇ ਨੇ ਨਾ, ਦਮ ਚੱਲ ਰਹੇ ਨੇ ਤੇ ਆਦਮੀ ਆ। ਇਹ ਘੜੀ ਦਾ ਕੋਈ ਪਤਾ ਨਹੀਂ ਕਿ ਜਿਹੜਾ ਦਮ ਅੰਦਰ ਗਿਆ ਹੈ ਬਾਹਰ ਵੀ ਨਿਕਲਣਾ ਹੈ ਕਿ ਨਹੀਂ ਨਿਕਲਣਾ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸਤਿਗੁਰੂ ਦੀ ਬਾਣੀ ਬਾਰ-ਬਾਰ ਸਮਝਾਉਂਦੀ ਹੈ, ਹਰ ਜਪੰਦੜਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ ਰਾਮ। ਕਿ ਰੱਬ ਨੂੰ ਜਪਦਿਆਂ ਸਿਮਰਨ ਕਰਦਿਆਂ ਕਦੀ ਢਿੱਲ ਨਾ ਲਾਈ ਮੇਰੀ ਜਿੰਦੇ। ਕੋਈ ਪਤਾ ਨਹੀਂ ਜਿਹੜਾ ਸਵਾਸ ਅੰਦਰ ਗਿਆ ਹੈ ਇਹ ਬਾਹਰ ਵੀ ਨਿਕਲਣਾ ਹੈ ਕਿ ਨਹੀਂ ਨਿਕਲਣਾ।
ਇਹ ਹਰ ਸਵਾਸ ਜਿਹੜਾ ਗੁਰਮੁਖ ਹੈ ਵਰਤਮਾਨ ਵਿੱਚ ਵਰਤਦਾ, ਉਹ ਕੱਲ 'ਚ ਨਹੀਂ ਜਿਉਂਦਾ। ਉਹ ਆਪਣੇ ਹਰ ਸਵਾਸ ਨੂੰ ਅਖੀਰਲਾ ਸਵਾਸ ਹੀ ਸਮਝ ਲੈਂਦਾ ਹੈ ਕਿ ਕਿਹੜੇ ਵੇਲੇ ਪ੍ਰਮਾਤਮਾ ਦੇ ਘਰ ਤੋਂ ਸੱਦਾ ਆ ਜਾਣਾ ਤੇ ਜਾਣਾ ਪੈਣਾ। ਇਸ ਕਰਕੇ ਬਾਬਾ ਮਹਾਦੇਵ ਜੀ ਹੁਣ ਇਸ ਬਾਣੀ ਨਾਲ ਇੰਨੀ ਕੁ ਨੇੜਤਾ ਹੈ, ਉਹ ਸਮਝਦੇ ਨੇ ਕਿ ਹੁਣ ਸਰੀਰ ਛੱਡਣ ਦਾ ਸਮਾਂ ਨਿਕਟ ਆ ਗਿਆ। ਕੋਈ ਭਰੋਸਾ ਨਹੀਂ ਇਸ ਸਰੀਰ ਦਾ, ਕਿੰਨਾ ਕੁ ਸਮਾਂ ਸਰੀਰ ਦੇ ਵਿੱਚ ਹੋਰ ਰਹਿਣਾ ਹੈ। ਇਹ ਜਾਣ ਕੇ ਕਿ ਇਹ ਜਿਹੜਾ ਜਨਮ ਸੰਸਾਰ ਦੇ ਵਿੱਚ ਲਿਆ ਹੈ, ਇਹ ਸਫਲ ਹੋ ਸਕੇ ਸੰਸਾਰ ਦੇ ਵਿੱਚ ਆਉਣਾ, ਇਸ ਸੰਸਾਰ ਦੇ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਸਕੇ, ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲੋਂ ਆਪਣੇ ਜੀਵਨ ਨੂੰ ਸਫਲ ਕਰਨ ਦੀ ਜੁਗਤੀ ਸਮਝਣ ਵਾਸਤੇ ਸ੍ਰੀ ਅਰਜਨ ਕੋ ਲਖ ਇਕਾਂਤ ਮਹਿ ਗਇਓ ਸਮੀਪ ਬੈਠੇ ਤਠਾਣ। ਜਦੋਂ ਵੇਖਿਆ ਇੱਕ ਥਾਂ ਤੇ ਧੰਨ ਗੁਰੂ ਅਰਜਨ ਸਾਹਿਬ ਇਕਾਂਤ ਵਿੱਚ ਬੈਠੇ ਹੋਏ ਨੇ, ਬਾਬਾ ਮਹਾਦੇਵ ਜੀ ਉਹਨਾਂ ਦੇ ਕੋਲ ਚਲੇ ਗਏ। ਹਿਰਦੇ ਵਿੱਚ ਅੱਤ ਦੀ ਸ਼ਰਧਾ ਤੇ ਪਿਆਰ ਹੈ। ਬਾਬਾ ਮਹਾਦੇਵ ਹੈ ਵੱਡੇ ਨੇ ਉਮਰ ਕਰਕੇ, ਪਰ ਹੁਣ ਉਹਨਾਂ ਦੇ ਮਨ ਵਿੱਚ ਇੰਨਾ ਪਿਆਰ ਸ਼ਰਧਾ ਹੈ, ਗੁਰੂ ਅਰਜਨ ਸਾਹਿਬ ਆਪਣੇ ਛੋਟੇ ਭਰਾ ਨੂੰ ਉਹ ਵੱਡਾ ਕਰਕੇ ਜਾਣਨ ਲੱਗ ਪਏ ਕਿ ਇਹ ਤੇ ਰੱਬ ਦਾ ਰੂਪ ਨੇ, ਤੇ ਮੈਂ ਇਹਨਾਂ ਕੋਲੋਂ ਬਖਸ਼ਿਸ਼ ਲੈ ਕੇ ਆਪਣਾ ਜੀਵਨ ਸਫਲ ਕਰ ਲਵਾਂ। ਤੇ ਬੜੇ ਪਿਆਰ ਦੇ ਨਾਲ ਸ਼ਰਧਾ ਧਾਰ ਕੇ ਉਹਨਾਂ ਦੇ ਕੋਲ ਬੈਠ ਜਾਂਦੇ ਹਨ। ਸ੍ਰੀ ਸਤਿਗੁਰ ਕੀ ਗਾਦੀ ਪਰ ਤੁਮ ਈਸ਼ਵਰ ਕੇ ਸਰੂਪ ਅਵਤਾਰ। ਤੇ ਹੱਥ ਜੋੜ ਕੇ ਇਦਾਂ ਬੇਨਤੀ ਕਰਕੇ ਕਹਿੰਦੇ ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜਨ ਸਾਹਿਬ ਨੂੰ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਹੋਏ, ਸਤਿਗੁਰੂ ਸਰੂਪ ਹੋ ਕਰਕੇ ਬੈਠੇ ਹੋ, ਸਹੀ ਮਾਇਨੇ ਵਿੱਚ ਈਸ਼ਵਰ ਦਾ ਤੁਸੀਂ ਸਰੂਪ ਹੋ, ਜੋ ਜਿਉਂ ਪ੍ਰਤੱਖ ਤੌਰ ਤੇ ਪਰਮੇਸ਼ਰ ਤੁਹਾਡੇ ਰੂਪ ਵਿੱਚ ਆ ਕੇ ਸੰਸਾਰ ਦਾ ਭਲਾ ਕਰ ਰਿਹਾ ਹੈ। ਮੈਂ ਭਰਾਤਾ ਹੀ ਜਾਣਤ ਨਿਤ ਚਿਤ ਅਬ ਬਖਸ਼ੋਤ ਮੁਰਦਾ ਉਦਾਰ। ਮੈਂ ਅੱਜ ਤੱਕ ਕੇਵਲ ਤੁਹਾਨੂੰ ਆਪਣਾ ਭਰਾ ਸਮਝਦਾ ਰਿਹਾ, ਭਰਾ ਸਮਝ ਕੇ ਮੈਂ ਛੋਟਾ ਸਮਝ ਕਰਕੇ ਮੈਂ ਇਸ ਢੰਗ ਨਾਲ ਤੁਹਾਡੀ ਵਡਿਆਈ ਨੂੰ ਨਹੀਂ ਸੀ ਜਾਣ ਸਕਿਆ। ਮੈਨੂੰ ਇਸ ਗੱਲ ਵਾਸਤੇ ਬਖਸ਼ ਦਿਓ ਕਿਉਂਕਿ ਤੁਹਾਡਾ ਹਿਰਦਾ ਬੜਾ ਵਿਸ਼ਾਲ ਹੈ। ਤੁਸੀਂ ਮੈਨੂੰ ਇਸ ਰੂਪ ਵਿੱਚ ਨਹੀਂ ਜਾਣੋਗੇ ਕਿਉਂਕਿ ਕਈ ਵਾਰ ਛੋਟਾ ਭਰਾ ਸਮਝ ਕੇ ਤੇ ਆਪਣੇ ਆਪ ਵਿੱਚ ਵੱਡਾ ਹੋਣ ਦੀ ਗੱਲ ਕਰਕੇ ਮੈਂ ਕਈ ਵਾਰ ਤੁਹਾਡੀ ਪੂਰੀ ਗੱਲ ਨਹੀਂ ਸੀ ਸਮਝ ਸਕਿਆ, ਤੁਹਾਡੇ ਅੰਦਰ ਦੇ ਵਡਿਆਈ ਨੂੰ ਨਹੀਂ ਸੀ ਜਾਣ ਸਕਿਆ। ਇਸ ਕਰਕੇ ਮੈਨੂੰ ਬਖਸ਼ ਦਿਓ, ਮੇਰੇ ਤੇ ਰਹਿਮਤ ਕਰੋ, ਤੁਹਾਡਾ ਹਿਰਦਾ ਬਹੁਤ ਵਿਸ਼ਾਲ ਹੈ। ਉਪਦੇਸ਼ੋ ਇਹ ਆਤਮ ਕੋ ਹੈ ਕਿਮ ਬੰਧਨ ਮੈਂ ਦੁਖ ਗਨ ਧਾਰ। ਤੇ ਹੱਥ ਜੋੜ ਕੇ ਕਹਿੰਦੇ ਨੇ ਹੁਣ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਇਆ, ਭਰਾ ਜਾਣ ਕੇ ਨਹੀਂ, ਮੈਂ ਤੁਹਾਨੂੰ ਰੱਬ ਰੂਪ ਜਾਣ ਕੇ ਬੇਨਤੀ ਕਰਨ ਆਇਆ। ਮੈਨੂੰ ਇਹ ਗਿਆਨ ਦੇ ਕੇ ਸਮਝਾਉਣਾ ਕਰੋ, ਮੈਨੂੰ ਇਹ ਉਪਦੇਸ਼ ਦੇ ਕੇ ਦੱਸਣਾ ਕਰੋ ਕਿ ਆਤਮਾ ਹੈ ਕੀ ਹੈ। ਫਿਰ ਜਿਹੜੀ ਇਹ ਆਤਮਾ ਹੈ ਇਹਨੂੰ ਕਿਹੜੇ ਬੰਧਨ ਪਏ ਹੋਏ ਨੇ, ਕਿੰਨਾ ਬੰਧਨਾਂ ਦੇ ਕਰਕੇ ਇਹ ਬੇਅੰਤ ਦੁੱਖਾਂ ਦੇ ਵਿੱਚ ਘਿਰੀ ਹੋਈ ਹੈ, ਕਿਹੜੇ ਬੰਧਨਾਂ ਦੇ ਦੁੱਖ ਨੇ ਜਿਹੜੇ ਇਹਨੂੰ ਸਤਾਉਂਦੇ ਹਨ। ਕਿਮ ਸੁਗਲ ਹੈ ਦਹ ਜਗ ਸੰਕਟ ਮੋਹਿ ਸੁਨਾਵੋ ਭਲੀ ਪ੍ਰਕਾਰ। ਕਿਵੇਂ ਇਸ ਆਤਮਾ ਦੇ ਬੰਧਨ ਕੱਟੇ ਜਾਣ, ਕਿਵੇਂ ਇਸ ਨੂੰ ਅਸਲ ਸੁੱਖ ਪ੍ਰਾਪਤ ਹੋ ਸਕੇ, ਆਤਮਿਕ ਸੁੱਖ ਕਿਵੇਂ ਮਾਣਿਆ ਜਾ ਸਕਦਾ, ਇਹ ਸੰਸਾਰ ਦੇ ਸਾਰੇ ਸੰਕਟਾਂ ਦਾ ਨਾਸ਼ ਕਿਵੇਂ ਹੋ ਸਕਦਾ ਹੈ। ਮੈਨੂੰ ਸਾਰੀ ਗੱਲਬਾਤ ਇਸ ਜੀਵਨ ਦੀ ਇਹ ਜਿਹੜੀ ਸੋਝੀ ਹੈ ਭਲੀ ਪ੍ਰਕਾਰ ਕਰਕੇ ਤੁਸੀਂ ਗਿਆਨ ਕਰਾਉਣਾ ਕਰੋ। ਸ੍ਰੀ ਅਰਜਨ ਸ਼ਰਧਾਲੂ ਭਰਾਤ ਲਖ ਅਰ ਜਾਣਿਓ ਤਨ ਤਜਬੇ ਕਾਲ। ਅੰਤਰਜਾਮੀ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਭੂਤ ਭਵਿੱਖ ਵਰਤਮਾਨ ਹਰ ਇੱਕ ਪੱਖ ਨੂੰ ਜਾਣਨ ਵਾਲੇ ਨੇ। ਪ੍ਰਤੱਖ ਰੂਪ ਵਿੱਚ ਜਦੋਂ ਛੋਟੇ ਰੂਪ ਦੇ ਵਿੱਚ ਭਰਾ ਨੂੰ ਵੱਡਾ ਜਾਣ ਕੇ ਬਾਬਾ ਮਹਾਦੇਵ ਜੀ ਨੇ ਬੇਨਤੀ ਕੀਤੀ, ਉਹਨਾਂ ਦੇ ਮਨ ਦੀ ਸ਼ਰਧਾ ਵੇਖ ਕੇ, ਪਿਆਰ ਵੇਖ ਕੇ ਕਿ ਵਾਕਈ ਇਹਨਾਂ ਦਾ ਹਿਰਦਾ ਹੁਣ ਕੁਝ ਜਾਣਨਾ ਚਾਹੁੰਦਾ ਹੈ। ਇਹ ਕੇਵਲ ਜ਼ਬਾਨ ਤੋਂ ਨਿਕਲੇ ਹੋਏ ਸਵਾਲ ਨਹੀਂ ਹੈ। ਕਈ ਵਾਰ ਜ਼ਬਾਨੀ ਸਵਾਲ ਹੁੰਦਾ ਹੈ ਜਿਹੜਾ ਚੁੰਚ ਗਿਆਨ ਵਾਸਤੇ ਕੇਵਲ ਬਹਿਸ ਦਾ ਕਾਰਨ ਬਣਦਾ। ਇਹ ਵਾਕਈ ਕੁਝ ਜਾਣਨਾ ਚਾਹੁੰਦੇ ਨੇ, ਇਹਨਾਂ ਦੇ ਹਿਰਦੇ ਵਿੱਚੋਂ ਇਹ ਅਸਲ ਦੇ ਵਿੱਚ ਭਾਵ ਪੈਦਾ ਹੋਏ ਨੇ ਤੇ ਇਹ ਸੱਚ ਵੇਖਦੇ ਨੇ ਕਿ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਛੇਤੀ ਹੀ ਸਰੀਰ ਤਿਆਗ ਦੇਣਾ ਹੈ। ਬਹੁਤ ਥੋੜੇ ਸਮੇਂ ਬਾਅਦ ਇਹਨਾਂ ਦੇ ਸਰੀਰ ਨੇ ਭਾਵ ਬਿਨਸ ਜਾਣਾ ਹੈ, ਇਹ ਪਰਲੋਕ ਗਮਨ ਕਰ ਜਾਣਗੇ। ਇਹ ਸਾਰੀ ਅਵਸਥਾ ਸਤਿਗੁਰੂ ਗੁਰੂ ਅਰਜਨ ਸਾਹਿਬ ਜਾਣ ਜਾਂਦੇ ਹਨ। ਉੱਤਮ ਅਧਿਕਾਰੀ ਲਗ ਕਹਿਬੇ ਸਮਝੈ ਗੋ ਬ੍ਰਹਮ ਗਿਆਨ ਵਿਸਾਲ। ਤੇ ਜਦੋਂ ਹਿਰਦੇ ਦੇ ਤਲ ਤੋਂ ਸਾਧ ਸੰਗਤ ਸਵਾਲ ਨਿਕਲੇ ਨਾ, ਸੱਚ ਜਾਣਿਓ ਜਦੋਂ ਪਿਆਸ ਲੱਗੀ ਹੋਵੇ ਕਿਸੇ ਦੇ ਅੰਦਰ ਤੇ ਉਦੋਂ ਕਿਸੇ ਨੂੰ ਜਲ ਦਈਏ ਤੇ ਉਹ ਫਿਰ ਪੁੱਛਦਾ ਨਹੀਂ ਹੈ ਕਿੰਨੇ ਫੜਾਇਆ, ਕਿਉਂ ਫੜਾਇਆ ਤੇ ਕਿਵੇਂ ਫੜਾਇਆ।
प्यासे को तो पीने से मतलब है, किसने दिया पैमाना, ਉਹ ਕਿਤੇ ਇੱਧਰ ਉੱਧਰ ਨਹੀਂ ਵੇਖਦਾ। ਗੱਲ ਤੇ ਅੰਦਰ ਦੀ ਹਿਰਦੇ ਚੋਂ ਸਵਾਲ ਨਿਕਲੇ ਨੇ ਤੇ ਸਾਹਿਬ ਜਾਣਦੇ ਨੇ ਕਿ ਹੁਣ ਉਹ ਹਿਰਦਾ ਆਤਮ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ। ਉੱਤਮ ਅਧਿਕਾਰੀ ਨੇ ਬਾਬਾ ਮਹਾਦੇਵ, ਤੇ ਜੇ ਹੁਣ ਥੋੜੀ ਵੀ ਗੱਲ ਕਵਾਂਗੇ ਤੇ ਇਹ ਬਹੁਤਾ ਕਰਕੇ ਜਾਣ ਕੇ ਬ੍ਰਹਮ ਗਿਆਨ ਦੀ ਮਹਾਨ ਅਵਸਥਾ ਪ੍ਰਾਪਤ ਕਰ ਲੈਣਗੇ। ਕਰਨ ਲਗੇ ਉਪਦੇਸ਼ ਮਿਰਦੁਲ ਬਾਚ, ਭਰਾਤ ਸੁਣੋ ਇਹ ਬਾਤ ਸੁਖਾਲ। ਬੜੇ ਪਿਆਰ ਨਾਲ ਕਹਿੰਦੇ ਨੇ, ਹੇ ਮੇਰੇ ਭਰਾ ਜੀ, ਮਿੱਠੇ ਬੋਲਾਂ ਨਾਲ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਰਾ ਜੀ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ। ਇਹ ਜਿਹੜੇ ਬਚਨ ਨੇ ਜਿਨ੍ਹਾਂ ਦੇ ਨਾਲ ਜੀਵਨ ਨੂੰ ਸੁੱਖ ਮਿਲਦਾ ਹੈ, ਆਤਮਿਕ ਸੁੱਖ ਦੀ ਅਵਸਥਾ ਮਿਲ ਸਕਦੀ ਹੈ, ਇਹ ਬਚਨ ਬੜੇ ਧਿਆਨ ਨਾਲ ਸੁਣਨਾ ਕਰੋ। ਆਪਹਿ ਬੰਧਨ ਲਹਿ ਦੁਖ ਭੋਗਤ, ਸ੍ਰੀ ਨਾਨਕ ਕਹੈ ਗਿਰਾ ਰਸਾਲ। ਜਗਤ ਨੂੰ ਅਗਿਆਨਤਾ ਦੇ ਹਨੇਰੇ ਚੋਂ ਕੱਢਣ ਵਾਲੇ, ਸੱਚ ਦਾ ਪ੍ਰਕਾਸ਼ ਹਿਰਦੇ 'ਚ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੇ ਅੰਮ੍ਰਿਤ ਮੁਖਾਰਬਿੰਦ ਤੋਂ ਇਹ ਬਚਨ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਇਹ ਬਚਨ ਫਰਮਾਏ ਹੋਏ ਨੇ, ਜਿਹੜਾ ਕਹਿੰਦੇ ਨੇ ਕਿ ਇਹ ਜਿਹੜੇ ਬੰਧਨ ਨੇ ਅਸਲ ਦੇ ਵਿੱਚ ਆਤਮਾ ਦੇ ਆਪ ਸਹੇੜੇ ਹੋਏ ਨੇ, ਜੀਵ ਦੇ ਆਪ ਸਹੇੜੇ ਹੋਏ, ਆਪੇ ਹੀ ਸਹੇੜੇ ਬੰਧਨਾ ਕਰਕੇ ਜੀਵ ਦੁਖੀ ਹੋ ਰਿਹਾ। ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਚਨਾਂ ਰਾਹੀਂ ਸਮਝਾਉਣਾ ਕੀਤਾ ਹੈ। ਸ਼ਲੋਕ ਮਹੱਲਾ ਪਹਿਲਾ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਇਹ ਪਹਿਲੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਨਾਨਕ ਇਹੋ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਇਹ ਜਿਹੜਾ ਤਨ, ਇੱਥੇ ਗੱਲ ਮੋਹ ਦੀ ਆ ਰਹੀ, ਉਹ ਤਨ ਸਾੜਦੇ, ਭਾਵ ਉਹ ਮਾਇਆ ਦਾ ਦੇਹ ਅਧਿਆਸ ਵਾਲਾ ਜਿਹੜਾ ਮੋਹ ਹੈ, ਆਪਣੇ ਹਿਰਦੇ ਦੇ ਅੰਦਰੋਂ ਸਾੜ ਕੇ ਖਤਮ ਕਰ। ਜਿਸ ਮਾਇਆ ਦੇ ਮੋਹ ਦੇ ਅਸ ਵਿੱਚ ਪੈ ਕਰਕੇ ਜਿਹੜਾ ਆਤਮਿਕ ਤੌਰ ਤੇ ਜਿਹੜਾ ਜੀਵ ਤ੍ਰਿਸ਼ਨਾ ਤੇ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਿਆਂ, ਮਾਇਆ ਦੇ ਮੋਹ ਦੀ ਅੱਗ ਦੇ ਵਿੱਚ ਸੜਦਿਆਂ, ਜਿਹਨੇ ਪਰਮੇਸ਼ਰ ਦੇ ਨਾਮ ਨੂੰ ਭੁਲਾਇਆ, ਜਿਹੜੇ ਮਾਇਆ ਦੇ ਮੋਹ ਨੇ, ਹੰਕਾਰ ਨੇ, ਮਮਤਾ ਨੇ, ਹਿਰਦੇ ਦੇ ਅੰਦਰੋਂ ਸ਼ੁਭ ਗੁਣ ਖਤਮ ਕਰ ਦਿੱਤੇ ਨੇ ਤੇ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਤੋਂ ਇਸ ਜੀਵ ਨੂੰ ਦੂਰ ਕਰ ਦਿੱਤਾ ਹੈ, ਰੱਬ ਦਾ ਨਾਮ ਭੁਲਾ ਦਿੱਤਾ ਹੈ। ਇਸ ਕਰਕੇ ਉਹ ਤਨ, ਮਾਇਆ ਦੇ ਮੋਹ ਵਾਲਾ, ਵਿਕਾਰਾਂ ਵਾਲਾ ਜਿਹੜਾ ਤਨ ਹੈ, ਉਹ ਹਿਰਦਾ ਰੂਪੀ, ਉਹ ਮਨ ਦਾ ਜਿਹੜਾ ਭਾਵ ਹੈ, ਉਹਨੂੰ ਸਾੜਨਾ ਕਰ। ਪੌਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਵੰਦੈ ਤਾਲ। ਕਹਿੰਦੇ ਜਿਸ ਤਰੀਕੇ ਦੇ ਨਾਲ ਇੱਕ ਨੀਵਾਂ ਥਾਂ ਤੇ ਡੂੰਘਾ ਤਾਲ ਹੋਵੇ ਨਾ, ਉਸ ਤਾਲ ਦੇ ਉੱਪਰ ਰੋਜ਼ ਪਾਉਂਦੀ ਜਾਏ ਪਰਾਲ, ਰੋਜ਼ ਪਰਾਲੀ ਪਾਉਂਦੇ ਰਹੀਏ। ਜੇ ਤੇ ਰੋਜ਼ ਪਾਈ ਹੋਈ ਪਰਾਲੀ ਰੋਜ਼ ਦੀ ਰੋਜ਼ ਕੱਢ ਲਈਏ ਤੇ ਤਲਾਬ ਸਾਫ਼ ਰਹਿੰਦਾ। ਪਰ ਜੇ ਉਹ ਰੋਜ਼ ਦੀ ਪਰਾਲੀ ਕੱਢਣ ਦੀ ਥਾਂ ਜਿਹੜੀ ਇੱਕ ਦਿਨ ਪਾਈ, ਉੱਪਰੋਂ ਹੋਰ ਪਾਤੀ, ਉੱਪਰੋਂ ਹੋਰ ਪਾਤੀ, ਤੇ ਪਰਾਲੀ ਰੋਜ਼ ਹੀ ਪੈਂਦੀ ਰਵੇ, ਕੂੜਾ ਕਰਕਟ ਆਦਿਕ ਹੋਰ ਰੋਜ਼ ਪੈਂਦਾ ਰਵੇ, ਤੇ ਫਿਰ ਕਹਿੰਦੇ ਪਿੱਛੇ ਹੱਥ ਨਾ ਅੰਬੜੈ, ਫਿਰ ਉੱਥੇ ਹੱਥ ਨਹੀਂ ਪਹੁੰਚਦਾ, ਫਿਰ ਉਹ ਇੰਨਾ ਡੂੰਘੇ ਤੱਕ ਉਹ ਪਰਾਲੀ ਨਾਲ ਸਾਰਾ ਤਾਲ ਭਰ ਜਾਂਦਾ ਹੈ। ਤਿਤ ਨਿਵੰਦੈ ਤਾਲ, ਉਹ ਨੀਵੀਂ ਥਾਂ ਵਾਲਾ ਤਾਲ ਉਹ ਪੂਰੀ ਤਰੀਕੇ ਨਾਲ ਭਰ ਜਾਂਦਾ। ਇਸੇ ਤਰ੍ਹਾਂ ਆਤਮਿਕ ਤੌਰ ਤੇ ਜਿਹੜੇ ਵਿਕਾਰ ਨੇ ਸਾਰੇ ਜੀਵਨ ਦੇ ਅੰਦਰ ਇਸ ਤਰ੍ਹਾਂ ਨੱਕੋ ਨੱਕ ਭਰ ਜਾਂਦੇ ਨੇ ਕਿ ਉਹਨਾਂ ਨੇ ਇਸ ਹਿਰਦੇ ਦੇ ਅੰਦਰ ਦੇ ਆਤਮ ਗਿਆਨ ਦੀ ਸੋਝੀ ਇਸ ਨੂੰ ਨਹੀਂ ਹੋਣ ਦਿੱਤੀ। ਤੇ ਇਹ ਹਿਰਦਾ ਜਿਹੜਾ ਹੈ, ਇਹ ਜਿਹੜਾ ਆਤਮਿਕ ਜੀਵਨ ਹੈ, ਇਹ ਵਿਕਾਰਾਂ ਨਾਲ ਹੀ ਭਰਿਆ ਰਹਿੰਦਾ ਹੈ। ਸਵਈਆ ਛੰਦ ਪ੍ਰਥਮ ਕੋ ਬੰਧਨ, ਪਰਿਓ ਸੁਨਹੁ ਸੋ, ਅਹੈ ਆਤਮਾ ਤਾਲ ਸਮਾਨ। ਕਹਿੰਦੇ ਕਿਸ ਤਰੀਕੇ ਦੇ ਬੰਧਨ ਪੈਂਦੇ ਨੇ ਜੀਵਨ ਨੂੰ, ਸ਼ਬਦ ਦੀ ਵਿਆਖਿਆ ਸੁੰਦਰ ਢੰਗ ਨਾਲ ਹੋਰ ਖੋਲ ਕੇ ਕਰਦਿਆਂ ਮਾਂ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਢੰਗ ਨਾਲ ਵਿਆਖਿਆ ਵੀ ਕੀਤੀ। ਗੁਰੂ ਅਰਜਨ ਸਾਹਿਬ ਬਾਬਾ ਮਹਾਦੇਵ ਜੀ ਨੂੰ ਬੜੇ ਸੁੰਦਰ ਢੰਗ ਨਾਲ ਸਮਝਾਉਂਦੇ ਨੇ ਕਿ ਜਿਹੜੇ ਇਹ ਅਸਲ ਵਿੱਚ ਜੀਵ ਨੂੰ ਬੰਧਨ ਪਏ ਨੇ, ਸਭ ਤੋਂ ਪਹਿਲਾ ਜਿਹੜਾ ਬੰਧਨ ਹੈ ਉਹ ਇਹ ਜਾਣਨਾ ਕਰੋ। ਸਭ ਤੋਂ ਪਹਿਲਾਂ ਇਹ ਜਿਹੜਾ ਆਤਮਾ, ਇਵੇਂ ਮੰਨ ਲਈਏ ਕਿ ਸਾਡੀ ਜਿਹੜੀ ਆਤਮਾ ਹੈ, ਇਹ ਜੀਵਾਤਮਾ ਇੱਕ ਤਾਲ ਦੇ ਸਮਾਨ ਹੈ, ਇੱਕ ਤਲਾਬ ਦਾ ਰੂਪ ਕਰਕੇ, ਇੱਕ ਸਰੋਵਰ ਦਾ ਰੂਪ ਕਰਕੇ ਇਸ ਨੂੰ ਜਾਣਨਾ ਕਰੋ। ਤਨ ਹੰਤਾ ਧਾਰਨ ਇਨ ਕੀਨੀ, ਮੈਂ ਦਿਜ ਖਤਰੀ ਬੈਸ ਸੁਜਾਨ। ਜੇ ਸਰੋਵਰ ਸਾਫ਼ ਸੁਥਰਾ ਹੋਵੇ ਨਾ ਤੇ ਉਹਦੇ ਅੰਦਰ ਦੀ ਇੱਕ ਇੱਕ ਚੀਜ਼ ਜਿਹੜੀ ਪ੍ਰਤੱਖ ਤੌਰ ਤੇ ਨਜ਼ਰ ਆਉਂਦੀ। ਪਰ ਜਿਹੜਾ ਆਤਮਾ ਰੂਪੀ ਤਾਲ ਹੈ, ਇਹ ਸਰੀਰ ਨੇ ਇਹਦੇ ਅੰਦਰ ਸਭ ਤੋਂ ਪਹਿਲਾਂ ਤਨ ਨੇ ਹਉਮੈ ਧਾਰਨ ਕੀਤੀ ਹੋਈ। ਜਿਹੜੀ ਹਉਮੈ ਇਸ ਰੂਪ ਵਿੱਚ ਧਾਰਨ ਕੀਤੀ, ਜਿਵੇਂ ਕੋਈ ਕਹਿੰਦਾ ਮੈਂ ਤੇ ਬ੍ਰਾਹਮਣ ਹਾਂ, ਕੋਈ ਕਹਿੰਦਾ ਮੈਂ ਖੱਤਰੀ ਹਾਂ,
ਕੋਈ ਕਹਿੰਦਾ ਮੈਂ ਵੈਸ਼ ਹਾਂ, ਕੋਈ ਕਹਿੰਦਾ ਮੈਂ ਬੜਾ ਸਿਆਣਾ ਪੜ੍ਹਿਆ ਲਿਖਿਆ ਹਾਂ, ਕੋਈ ਆਪਣੇ ਆਪ ਨੂੰ ਪੰਡਤ ਅਖਵਾਉਂਦਾ ਹੈ, ਕੋਈ ਸੰਨਿਆਸੀ, ਕੋਈ ਜੋਗੀ ਅਖਵਾਉਂਦਾ ਹੈ, ਕੋਈ ਆਪਣੇ ਆਪ ਦੇ ਨਾਲ ਮੈਂ ਕਰਦਿਆਂ ਹੋਇਆਂ ਆਪਣੀ ਵੱਖਰੀ ਹੋਂਦ ਬਣਾ ਕਰਕੇ ਬੈਠ। ਰੱਬ ਦੇ ਘਰੋਂ ਨਾ ਤੇ ਜਾਤਾਂ ਬਣੀਆਂ ਸੀ, ਰੱਬ ਦੇ ਘਰੋਂ ਇਹ ਗੋਤਾਂ ਵੀ ਬਣਾ ਕੇ ਨਹੀਂ ਸੀ ਭੇਜਿਆ। ਇਹ ਤੇ ਸੰਸਾਰ ਵਿੱਚ ਆ ਕੇ ਬੰਦੇ ਨੇ, ਕਿਸੇ ਨੇ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣਾ ਸ਼ੁਰੂ ਕਰਤਾ, ਕਿਸੇ ਨੇ ਖੱਤਰੀ ਅਖਵਾਉਣਾ ਸ਼ੁਰੂ ਕਰਤਾ, ਕਿਸੇ ਨੇ ਵੈਸ਼ ਅਖਵਾਉਣਾ ਸ਼ੁਰੂ ਕਰ ਦਿੱਤਾ। ਆ ਜਿੰਨੀਆਂ ਜਾਤਾਂ ਗੋਤਾਂ ਨੇ, ਚੇਤੇ ਰੱਖਿਓ ਗੁਰਮੁਖੋ, ਰੱਬ ਦੇ ਘਰੋਂ ਨਹੀਂ। ਮੈਂ ਫਲਾਣੀ ਜਾਤ ਦਾ, ਮੇਰੀ ਫਲਾਣੀ ਗੋਤ ਹੈ, ਮੈਂ ਫਲਾਣਾ, ਮੈਂ ਬੜਾ ਪੜ੍ਹਿਆ ਲਿਖਿਆ, ਮੈਂ ਬੜਾ ਸਿਆਣਾ। ਆ ਜਿਹੜੀ ਮੈਂ ਵਾਲੀ ਮਮਤਾ, ਜਿਹੜੀ ਅੰਦਰ ਦੀ ਹਉਮੈ ਹੈ, ਕਹਿੰਦੇ ਸਭ ਤੋਂ ਪਹਿਲਾਂ ਇਹ ਬੰਧਨ ਜਿਹੜਾ ਜੀਵ ਨੂੰ, ਇਹ ਮੈਂ ਤੇ ਹਉਮੈ ਦਾ ਪਿਆ ਹੈ। ਇਤਿਆਦਿਕ ਤਨ ਆਪਣ ਰੂਪ ਲਖ, ਭਇਓ ਜਾਲ ਹਰਿਆਵਲ ਆਣ। ਕਹਿੰਦੇ ਅਸਲ ਦੇ ਵਿੱਚ ਰੱਬ ਤਾਂ ਬਿਲਕੁਲ ਨੇੜੇ ਹੈ, ਪਰ ਜਿਵੇਂ ਕੋਈ ਨੇੜੇ ਹੋਣ ਦੇ ਬਾਵਜੂਦ ਵਿਚਕਾਰ ਇੱਕ ਪਰਦਾ ਜਿਹਾ ਹੋਵੇ। ਹੁਣ ਪਰਦਾ ਕਈ ਵਾਰ ਨੇੜੇ ਵਾਲੇ ਦੇ ਨਾਲ ਸਾਂਝ ਨਹੀਂ ਪੈਣ ਦਿੰਦਾ। ਸਤਿਗੁਰੂ ਕੀ ਬਾਣੀ ਵਿੱਚ ਵੀ ਪੜ੍ਹਦੇ, ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾਂਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਇਹ ਹਉਮੈ ਦਾ ਜਿਹੜਾ ਪਰਦਾ ਹੈ ਨਾ, ਮੈਂ ਜਿਹੜਾ ਬੰਦਾ ਕਰਦਾ ਫਿਰਦਾ, ਇਹ ਇਦਾਂ ਦਾ ਪਰਦਾ ਹੈ ਜਿਵੇਂ ਭੰਬੀਰੀ ਦੇ ਖੰਭ ਹੁੰਦੇ ਨੇ, ਬਿਲਕੁਲ ਪਤਲੇ ਜੇ ਖੰਭ ਨੇ, ਉਦਾਂ ਦਾ ਪਰਦਾ ਹੈ, ਬਿਲਕੁਲ ਪਤਲਾ ਜਿਹਾ। ਸਿਰਫ ਮੈਂ ਇਹ ਆਪਣਾ ਤੋਂ ਵੱਖਰੀ ਹੋਂਦ ਬਣਾ ਕੇ ਬੈਠਾ ਹੈ। ਇਹ ਮੈਂ ਦਾ ਹਉ ਦਾ ਜਿਹੜਾ ਪਰਦਾ ਹੈ, ਸੱਚ ਜਾਣਿਓ ਇਹ ਕੂੜ ਦਾ ਪਰਦਾ ਇਸੇ ਤਰ੍ਹਾਂ ਹੈ ਜਿਵੇਂ ਪਾਣੀ ਦੇ ਉੱਪਰ ਕਿਤੇ ਹਰਿਆਵਲ ਹਰੇ ਰੰਗ ਦਾ ਜਾਲਾ ਆ ਜਾਂਦਾ ਹੈ ਨਾ, ਤੇ ਹਰੇ ਰੰਗ ਦਾ ਜਾਲਾ ਪਾਣੀ ਦੇ ਉੱਪਰ ਆ ਜੇ ਨਾ ਸਾਧ ਸੰਗਤ, ਆਪਾਂ ਤਲਾਬਾਂ ਵਿੱਚ ਵੇਖਦੇ ਹਾਂ ਜਿੱਥੇ ਸਫਾਈ ਨਾ ਹੋਵੇ ਤੇ ਉਸ ਤਾਲ ਦੇ ਉੱਪਰ, ਤਲਾਬ ਦੇ ਉੱਪਰ ਹਰੇ ਰੰਗ ਦਾ ਜਾਲਾ ਆ ਜਾਂਦਾ ਹੈ, ਜੋ ਪਾਣੀ ਦੇ ਅੰਦਰ ਜਿਹੜਾ ਹੈ ਕੁਝ ਵੀ ਨਜ਼ਰ ਨਹੀਂ ਆਉਣ ਦਿੰਦਾ। ਇਸੇ ਤਰ੍ਹਾਂ ਆਤਮਾ ਦੇ ਉੱਪਰ ਹਉ ਤੇ ਮੇਰੀ ਮੈਂ ਦਾ ਜਿਹੜਾ ਇਹ ਜਾਲਾ ਉਸ ਕਾਈ ਦੇ ਸਮਾਨ ਆ ਕੇ ਅਸਲ ਸਰੂਪ ਨਾਲੋਂ ਤੋੜ ਦਿੰਦਾ ਹੈ। ਜਲ ਕੋ ਕਰਿਓ ਅਸ਼ਾਦਨ ਜੈਸੀ, ਤਿਮ ਸਰੂਪ ਨਿਜ ਸ਼ਾਦਨ ਠਾਣ। ਹੁਣ ਪਾਣੀ ਉੱਪਰ ਕਾਈ ਆ ਜੇ, ਜਾਲਾ ਆ ਜੇ, ਤੇ ਪਾਣੀ ਦੇ ਅੰਦਰ ਕੁਝ ਨਹੀਂ ਨਜ਼ਰ ਆਉਂਦਾ। ਇਸੇ ਤਰ੍ਹਾਂ ਆਤਮਾ ਮਾਨੋ ਉਹ ਤਾਲ ਹੈ ਜਿਸ ਤਾਲ ਦੇ ਉੱਪਰ ਆਪਣੇ ਅਸਲ ਸਰੂਪ ਦੀ ਪਹਿਚਾਣ ਹੋਣੀ ਸੀ, ਪਰ ਉਹਦੇ ਉੱਪਰ ਹਉ ਮੈਂ ਦਾ ਇਹ ਹਰਿਆਵਲ ਰੂਪ ਜਾਲਾ ਆਪਣੇ ਅਸਲ ਸਰੂਪ ਦੀ ਪਹਿਚਾਣ ਨਹੀਂ ਹੋਣ ਦਿੰਦਾ ਹੈ। ਅਹੰ ਬ੍ਰਹਮ ਇਹ ਨਾਮ ਵਿਸਾਰਿਓ, ਤਨ ਹੰਤਾ ਜਬ ਧਾਰਨ ਕੀਨਾ। ਜਦੋਂ ਦੀ ਇਸ ਤਨ ਨੇ ਮੈਂ ਹਉਮੈ ਦੀ ਮਮਤਾ ਧਾਰਨ ਕੀਤੀ, ਹਉਮੈ ਹੰਤਾ ਧਾਰਨ ਕੀਤੀ ਹੈ ਨਾ ਸਾਧ ਸੰਗਤ, ਉਸ ਨੇ ਪਰਮੇਸ਼ਰ ਦਾ ਨਾਮ ਭੁਲਾਤਾ ਹੈ। ਪਰਮੇਸ਼ਰ ਦੀਆਂ ਵਡਿਆਈਆਂ ਭੁੱਲ ਗਈਆਂ ਨੇ, ਤੇ ਜਦੋਂ ਨਾਮ ਭੁੱਲ ਗਿਆ ਪਰਮੇਸ਼ਰ ਤਾਂ ਹਰ ਥਾਂ ਆਪਣੀ ਮੈਂ ਕਰਦਾ ਹੈ, ਆਪਣੇ ਨਾਮ ਦੀਆਂ ਗੱਲਾਂ ਕਰਦਾ ਹੈ, ਆਪਣੀ ਵਡਿਆਈ ਕਰਦਾ ਹੈ। ਪਰ ਇਹ ਭੁੱਲ ਗਿਆ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਗਏ ਮੇਰਾ, ਜਬ ਹਮ ਹੋਤੇ ਤਬ ਤੂੰ ਨਹੀਂ। ਆ ਮੈਂ ਮੇਰੀ ਜਿਹੜੀ ਹੈ ਉਸ ਰੱਬ ਨਾਲੋਂ ਇਦਾਂ ਪਰਦਾ ਪਾ ਕੇ ਦੂਰ ਕਰਦੀ ਹੈ। ਕਹਿੰਦੇ ਹਉ ਮੇਰੀ ਮੈਂ ਇਹਨੇ ਜਿਹੜਾ ਹੈ ਅਸਲ ਦੇ ਵਿੱਚ ਰੱਬ ਦਾ ਨਾਮ ਭੁਲਾ ਦਿੱਤਾ ਹੈ, ਤੇ ਜਿੱਥੇ ਰੱਬ ਦਾ ਨਾਮ ਭੁੱਲ ਗਿਆ ਉਹ ਪਰਮਾਤਮਾ ਨਾਲੋਂ ਦੂਰੀ ਉਸ ਦੀ ਬਣ ਜਾਂਦੀ ਹੈ। ਅਹੰ ਬ੍ਰਹਮ ਇਹ ਨਾਮ ਵਿਸਾਰਿਓ, ਤਨ ਹੰਤਾ ਜਬ ਧਾਰਨ ਕੀਨਾ। ਜਦੋਂ ਦਾ ਇਸ ਨੇ ਇਹ ਤਨ ਹੰਤਾ ਧਾਰਨ ਕੀਤੀ ਹੈ ਨਾ ਸਰੀਰ ਦੇ ਵਿੱਚ, ਹਉ ਅਸਲ ਦੇ ਵਿੱਚ ਉਹਨੇ ਪਰਮੇਸ਼ਰ ਦਾ ਨਾਮ ਭੁਲਾ ਦਿੱਤਾ, ਤੇ ਪਰਮੇਸ਼ਰ ਦਾ ਨਾਮ ਭੁੱਲਣ ਕਰਕੇ ਰੱਬ ਨਾਲੋਂ ਵਿਸਰ ਗਿਆ ਹੈ। ਪੁਨਹ ਪੁਰਾਲ ਘਾਸ ਅਸ ਫੂਸ ਜੋ, ਪਰਿਓ ਜਾਲ ਪਰ ਭਾਵੋ ਪੀਨਾ। ਫਿਰ ਕਹਿੰਦੇ ਉਸ ਕਾਈ ਦੇ ਕਰਕੇ ਜਿੱਥੇ ਇੱਕ ਤੇ ਹਉਮੈ ਦਾ ਪਰਦਾ ਪਿਆ ਸੀ, ਉੱਪਰ ਕਾਈ ਆਈ ਸੀ ਪਾਣੀ ਦੇ ਉੱਪਰ, ਹੁਣ ਉੱਥੇ ਤਲਾਬ ਦੇ ਉੱਪਰ ਘਾਹ ਫੂਸ ਆਦਿਕ ਕਈ ਪ੍ਰਕਾਰ ਦੀ ਪਰਾਲੀ ਆਦਿਕ ਜਿਹੜੀ ਸੀ ਇਸ ਤਰ੍ਹਾਂ ਪਾਉਣੀ ਸ਼ੁਰੂ ਕਰ ਦਿੱਤੀ। ਮੰਨੋ ਜਿਹੜੇ ਮਾੜੇ ਵਿਕਾਰ ਸੀ, ਹਉ ਤੋਂ ਬਾਅਦ ਵਿੱਚ ਕਈ ਕਾਮ ਕਰੋ ਲੋਭ ਹੰਕਾਰੇ, ਪੰਜੇ ਵਿਕਾਰ ਵੀ ਆਪਣਾ ਆ ਕੇ ਕਬਜ਼ਾ ਜਿਹੜਾ ਜਮਾਉਣ ਦਾ ਯਤਨ ਕਰਨ ਲੱਗ ਪੈਂਦੇ। ਇਸ ਤਰ੍ਹਾਂ ਮਾੜੇ ਫੁਰਨੇ, ਮਾੜੇ ਵਿਕਾਰ ਆ ਕੇ ਘਾਸ ਫੂਸ ਦੇ ਰੂਪ ਵਿੱਚ ਉਹ ਜਿਹੜੇ ਜਾਲੇ ਨੂੰ ਹੋਰ ਗਾੜਾ ਕਰ ਦਿੰਦੇ ਹਨ। ਤੇ ਮਹੰਤਾ ਅਰ ਅਮਮਤਾ ਉਪਜੀ, ਮਮ ਸੁਤ ਮਮ ਗ੍ਰਹਿ ਤ੍ਰਿਏ ਤਜ ਧਨ ਚੀਨਾ। ਕਹਿੰਦੇ ਇੱਕ ਤੇ ਜਾਲਾ ਸੀ ਕਾਈ ਦਾ, ਮੰਦੇ ਫੁਰਨਿਆਂ ਨੇ ਆ ਕਰਕੇ ਘਾਸ ਫੂਸ ਦੇ ਰੂਪ ਵਿੱਚ ਕੂੜਾ ਕਰਕਟ ਹੋਰ ਵਧਾ ਦਿੱਤਾ। ਇਹਦੇ ਨਾਲ ਜਿੱਥੇ ਹੰਤਾ ਸੀ, ਹਉਮੈ ਸੀ,
ਨਾਲ ਮਮਤਾ ਵੀ ਜਿਹੜੀ ਸੀ ਇਹ ਵੀ ਜਾਲਾ ਬਣ ਕੇ ਉੱਪਰ ਆ ਗਈ। ਇਹਦਾ ਵੀ ਘਾਸ ਫੂਸ ਜਿਹੜਾ ਪਰਾਲੀ ਉੱਪਰ ਪੈਣ ਲੱਗ ਪਈ। ਜਿਹੜੀ ਮਮਤਾ ਕਹਿੰਦੀ ਹੈ ਆਹ ਮੇਰਾ ਪੁੱਤ ਹੈ, ਆਹ ਮੇਰਾ ਘਰ ਹੈ, ਆਹ ਮੇਰੀ ਪਤਨੀ ਹੈ, ਆਹ ਮੇਰਾ ਪਰਿਵਾਰ ਹੈ, ਆਹ ਧਨ ਮੇਰਾ ਹੈ, ਬਸ ਆ ਮੇਰਾ ਜਿਹੜਾ ਕਰਦਾ ਹੈ ਨਾ, ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ, ਭਾਵੇਂ ਵੱਡੇ ਵੱਡੇ ਸੰਸਾਰ ਵਿੱਚ ਆਏ ਮੇਰੀ ਕਰਤੇ, ਇਹ ਸਾਰਾ ਜਨਮ ਮਨੁੱਖ ਦਾ ਵਿਅਰਥ ਚਲਿਆ ਜਾਂਦਾ। ਮੈਂ ਮੇਰੀ ਤੇ ਦੋ ਸ਼ਬਦ ਆ ਗਏ, ਪਹਿਲਾਂ ਮੈਂ ਹਉਮੈ ਸੀ ਤੇ ਦੂਜੀ ਮੇਰੀ ਜਾਂ ਮੇਰਾ। ਇਹ ਆਪਣਤ, ਇਹ ਮਮਤਾ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਹ ਬੰਦੇ ਮਮਤਾ ਦੇ ਵਿੱਚ, ਮੈਂ ਮੇਰੀ ਵਿੱਚ ਹਰ ਥਾਂ ਤੇ ਇਹ ਵੀ ਚੀਜ਼ ਮੇਰੀ, ਜਿੱਥੇ ਮੇਰੀ ਹੈ ਸੱਚ ਜਾਣਿਓ। ਅਖਬਾਰਾਂ ਅਸੀਂ ਪੜ੍ਹਦੇ ਹਾਂ, ਕਈ ਚੀਜ਼ਾਂ ਵੇਖਦੇ ਹਾਂ, ਜਿੱਥੇ ਕੋਈ ਆਪਣੇ ਦਾ ਸੰਬੰਧ ਜੁੜਿਆ ਹੋਵੇ, ਅਗਰ ਉਹਦੀ ਕੋਈ ਘਟਨਾ ਪੜ੍ਹਨ ਨੂੰ ਮਿਲ ਜਾਏ ਕਿ ਫਲਾਣੇ ਬੰਦੇ ਦਾ ਰਸਤੇ ਵਿੱਚ ਆਹ ਦੁਰਘਟਨਾ ਹੋ ਗਈ, ਜੇ ਤੇ ਪਤਾ ਲੱਗ ਜੇ ਕਿ ਫਲਾਣਾ ਕੋਈ ਆਪਣਾ ਸੀ, ਮੇਰਾ ਸੰਬੰਧ ਸੀ, ਤੇ ਮਨ ਦੁਖੀ ਹੁੰਦਾ ਹੈ। ਪਰ ਜਿੱਥੇ ਮੇਰਾ ਸੰਬੰਧ ਨਹੀਂ, ਮੇਰਾ ਹੀ ਪਾਸੇ ਕਰ ਦਿੱਤਾ ਜਾਵੇ, ਕਈ ਖਬਰਾਂ ਪੜ੍ਹਦੇ ਆ ਸੁਣਦੇ ਆ, ਬੰਦਾ ਨਜ਼ਰਅੰਦਾਜ਼ ਕਰ ਦਿੰਦਾ। ਗੱਲ ਮੇਰੀ ਤੇ ਮੇਰਾ, ਇਹਦਾ ਦੁੱਖ ਨਾਲ ਇੱਕ ਵੱਡਾ ਸੰਬੰਧ ਜੁੜਿਆ ਹੋਇਆ ਹੈ। ਜਲ ਸਮਿ ਆਤਮ ਅਦਕ ਛਾਦਿਓ, ਪਰਦਾ ਮੋਟੋ ਭਇਓ ਨਵੀਨ। ਕਹਿੰਦੇ ਜਿਵੇਂ ਪਾਣੀ ਉੱਪਰ ਕਾਈ ਆ ਜਾਂਦੀ ਹੈ, ਫਿਰ ਉੱਪਰ ਘਾਸ ਫੂਸ ਆਦਿਕ ਆ ਜਾਂਦੇ ਨੇ, ਫਿਰ ਉਹ ਜਿਹੜਾ ਅੰਦਰ ਪਾਣੀ ਦੇ ਅੰਦਰ ਇੰਨਾ ਕੁ ਗੂੜਾ ਉੱਪਰ ਪਰਦਾ ਪੈ ਜਾਂਦਾ ਹੈ, ਅੰਦਰ ਪਾਣੀ ਦੇ ਕੁਝ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਆਤਮਾ ਦੇ ਉੱਪਰ ਹਉਮੈ ਦਾ, ਮਮਤਾ ਦਾ, ਇਦਾਂ ਦੇ ਵਿਕਾਰਾਂ ਦਾ ਮੋਟਾ ਪਰਦਾ ਜਿਹੜਾ ਪੈ ਗਿਆ ਹੈ। ਇਹ ਨਿਤ ਨਵੇਂ ਫੁਰਨੇ ਮਾੜੇ ਵਿਚਾਰ ਇਹ ਹੋਰ ਪਰਦੇ ਨੂੰ ਮੋਟਾ ਕਰਦੇ ਜਾ ਰਹੇ ਹਨ। ਬ੍ਰਿਤ ਨਾ ਪਹੁੰਚੈ ਇਨ ਦੋਇ ਕੋ ਤਜ, ਫਸਿਓ ਇਨਹੁ ਮੋਹਿ ਜਾਣੈ ਨਾਹੀਂ। ਪਰ ਸਭ ਤੋਂ ਵੱਡਾ ਕਾਰਨ ਹੈ ਹਉਮੈ ਤੇ ਮਮਤਾ, ਮੈਂ ਤੇ ਮੇਰੀ। ਇਹ ਜਿਹੜੀ ਹਉਮੈ ਮਮਤਾ ਹੈ, ਇਹਦੇ ਕਰਕੇ ਜਿਹੜੀ ਮਨੁੱਖ ਦੀ ਬਿਰਤੀ ਹੈ, ਇਹ ਮੈਂ ਮੇਰੀ ਤੋਂ ਗਾਂਹ ਨਿਕਲਦਾ ਨਹੀਂ। ਇਹ ਪਰਦਾ ਜਿੰਨੀ ਦੇਰ ਤੱਕ ਹੁਣ ਪਾਣੀ ਦਾ ਜਾਲਾ ਹਟਾ ਕੇ ਪਾਸੇ ਨਹੀਂ ਕੀਤਾ ਜਾਂਦਾ, ਅੰਦਰ ਕੁਝ ਨਜ਼ਰ ਨਹੀਂ ਆਉਣਾ ਤਲਾਬ ਦੇ ਵਿੱਚ। ਕਹਿੰਦੇ ਇਸੇ ਤਰੀਕੇ ਨਾਲ ਇਹ ਜਿਹੜੀ ਬਿਰਤੀ ਅੰਤਰ ਆਤਮੇ ਨਹੀਂ ਪਹੁੰਚਦੀ। ਬਸ ਇਹ ਮੈਂ ਤੇ ਮੇਰੀ ਵਿੱਚ ਫਸਿਆ ਹੈ, ਇਹ ਜਾਣਨਾ ਕਰੋ। ਜਬ ਸਤਿਗੁਰ ਉਪਦੇਸ਼ ਜਤਨ ਕੋ, ਜਲ ਆਤਮ ਪ੍ਰਾਪਤ ਨਿਜ ਮਾਹੀ। ਪਰ ਜਦੋਂ ਗੁਰੂ ਦੇ ਉਪਦੇਸ਼ ਦਾ ਗਿਆਨ ਹਿਰਦੇ ਵਿੱਚ ਆਉਂਦਾ ਹੈ, ਜਿਸ ਤਰੀਕੇ ਦੇ ਨਾਲ ਝੋਲ ਕਰਕੇ ਅਸੀਂ ਪਾਣੀ ਦਾ ਜਾਲਾ ਪਾਸੇ ਕਰਦੇ ਹਾਂ, ਸਤਿਗੁਰੂ ਦਾ ਗਿਆਨ ਇਸੇ ਤਰੀਕੇ ਨਾਲ ਝੋਲ ਕਰਕੇ ਪੂਰਾ ਇਹ ਜਾਲਾ ਹਟਾ ਕੇ ਆਪਣੇ ਅੰਤਰ ਆਤਮੇ ਦਾ ਗਿਆਨ ਕਰਵਾਉਂਦਾ ਹੈ। ਮਨੁੱਖ ਨੂੰ ਆਪਣੇ ਅਸਲੇ ਦੀ ਸੋਝੀ ਹੁੰਦੀ ਹੈ। ਇਨ ਦੋਨੋਂ ਤੇ ਦੁੱਖ ਕੋ ਭੋਗੈ, ਅਤ ਦੁੱਖ ਕੋ ਸੁਖ ਲਖ ਚਿਤ ਚਾਹੇ। ਮਨੁੱਖ ਹੋਂ ਤੇ ਮਮਤਾ, ਮੈਂ ਤੇ ਮੇਰੀ, ਇਹਨਾਂ ਦੇ ਵਿੱਚ ਫਸ ਕੇ ਹੀ ਸਾਰੇ ਜੀਵ ਦੇ ਬੰਧਨ ਪੈ ਕੇ ਦੁਖੀ ਹੁੰਦਾ ਹੈ, ਦੁੱਖ ਭੋਗਦਾ ਹੈ। ਜਿੱਥੇ ਮੈਂ ਹਉਮੈ ਨੂੰ ਸੱਟ ਵੱਜਦੀ ਹੈ ਤਾਂ ਵੀ ਦੁਖੀ ਹੁੰਦਾ ਹੈ ਕਿ ਮੈਂ ਤੇ ਇਦਾਂ ਸੀ, ਮੇਰੀ ਤੇ ਗੱਲ ਨਹੀਂ ਮੰਨੀ ਗਈ, ਮੇਰੀ ਗੱਲ ਨਹੀਂ ਸੁਣੀ ਗਈ। ਜਾਂ ਜਿਹਦੇ ਨਾਲ ਸੰਬੰਧ ਮੈਂ ਤੇ ਮੇਰਾ ਸੀ, ਮੇਰੇ ਗੁਆਂਢ ਦੇ ਵਿੱਚ ਕਿਸੇ ਦੇ ਪਰਿਵਾਰ ਦੇ ਨਾਲ ਕੋਈ ਟ੍ਰੈਜਡੀ ਵਰਤ ਜੇ, ਮੈਨੂੰ ਬਹੁਤਾ ਫਰਕ ਨਹੀਂ ਪਿਆ, ਪਰ ਜਦੋਂ ਮੇਰੇ ਆਪਣੇ ਪੁੱਤ ਨਾਲ ਉਹੀ ਚੀਜ਼ ਵਰਤੀ, ਮੈਂ ਦੁਖੀ ਹੋ ਰਿਹਾ। ਅਚੇਤੇ ਰੱਖਿਓ, ਜਦੋਂ ਨਸ਼ਿਆਂ ਦੇ ਸੌਦਾਗਰ ਦੂਜਿਆਂ ਦੇ ਪੁੱਤਾਂ ਨੂੰ ਨਸ਼ਿਆਂ ਵਾਲੇ ਪਾਸੇ ਲਾਉਂਦੇ ਨੇ ਤੇ ਬੜੇ ਖੁਸ਼ ਹੁੰਦੇ ਨੇ, ਚਲੋ ਫਲਾਣਾ ਚਲੇ ਗਿਆ, ਪਰ ਰੱਬ ਦੀ ਕਰਨੀ ਹੈ, ਜਿੱਦਣ ਉਹਨਾਂ ਦੇ ਆਪਣੇ ਪੁੱਤ ਨਾਲ ਉਹ ਕਲਾ ਵਰਤਦੀ ਹੈ, ਫਿਰ ਉਦਣ ਸਮਝ ਆਉਂਦੀ ਹੈ ਕਿ ਪੁੱਤ ਦੇ ਨਾਲ ਵਰਤਿਆ ਕੀ ਦੁੱਖ ਵਰਤਦਾ। ਗੱਲ ਮੈਂ ਤੇ ਮੇਰੀ ਦੀ ਹੈ, ਇਹ ਵੀ ਰੱਬ ਦੀ ਇੱਕ ਖੇਡ ਹੈ, ਕਲਾ ਹੈ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਸਭ ਉਹਨੇ ਪੈਦਾ ਕੀਤੀਆਂ, ਪਰ ਇਹ ਪ੍ਰੀਖਿਆ ਹੀ ਹੈ। ਇਸ ਪ੍ਰੀਖਿਆ ਵਿੱਚੋਂ ਪਾਰ ਕਿਵੇਂ ਹੋਣਾ ਹੈ, ਨਿਕਲਣਾ ਕਿਵੇਂ, ਤੇ ਗੁਰੂ ਨੇ ਦੱਸਣਾ ਹੈ ਕਿ ਇਹਨਾਂ ਦੇ ਉੱਪਰ ਜਿੱਤ ਕਿਵੇਂ ਪ੍ਰਾਪਤ ਕਰਨੀ ਹੈ, ਇਹ ਵਿਕਾਰਾਂ ਦੇ ਜਾਲੇ ਨੂੰ ਪਾਸੇ ਕਿਵੇਂ ਕਰਨਾ। ਉਸੇ ਵਾਸਤੇ ਤਾਂ ਸੰਗਤ ਵਿੱਚ ਆਉਂਦੇ ਆ, ਇਹਨਾਂ ਸਮਾਗਮਾਂ ਦੇ ਵਿੱਚ ਆਉਂਦੇ ਆ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਸੁੰਦਰ ਢੰਗ ਨਾਲ ਸਮਝਾਉਂਦੇ ਨੇ, ਬਸ ਆਹ ਹਉਮੈ ਤੇ ਮਮਤਾ, ਇਹਨਾਂ ਦੋਵਾਂ ਕਰਕੇ ਬੰਦਾ ਦੁੱਖ ਭੋਗ ਕੇ ਦੁਖੀ ਹੁੰਦਾ ਹੈ। ਜਿਨ੍ਹਾਂ ਚੀਜ਼ਾਂ ਵਿੱਚੋਂ ਦੁੱਖ ਹੈ, ਅਸਲ ਵਿੱਚ ਉਹਨੂੰ ਸੁੱਖ ਜਾਣ ਕਰਕੇ ਸੰਬੰਧ ਵਧਾਈ ਬੈਠਾ। ਜਿਵੇਂ ਇੱਕ ਛੋਟੇ ਜਿਹੇ ਬੱਚੇ ਨੂੰ ਇੰਜ ਲੱਗਦਾ ਸਾਹਮਣੇ ਜਿਹੜੀ ਅੱਗ ਬਲਦੀ ਹੈ, ਉਹ ਜਿੱਦ ਕਰਦਾ ਮੈਂ ਹੁਣ ਪ੍ਰਾਪਤ ਕਰ ਲਵਾਂ, ਅੱਗ ਵਿੱਚ ਹੱਥ ਪਾਵਾਂ। ਉਹ ਜਿੱਦ ਕਰਕੇ, ਪਰ ਉਹਨੂੰ ਨਹੀਂ ਪਤਾ ਜੇ ਮੈਂ ਜਿੱਦ ਕਰਕੇ ਅੱਗ ਵਿੱਚ ਹੱਥ ਪਾ ਲਿਆ, ਹੱਥ ਸੜ ਜਾਏਗਾ। ਕਈ ਵਾਰ ਰੱਬ ਦੇ ਘਰ ਵੀ ਬੰਦਾ ਹਉਮੈ ਤੇ ਮਮਤਾ ਕਰਕੇ ਕਈ ਇਹੋ ਜਿਹੀਆਂ ਜਿੱਦਾਂ ਪਾਲ ਕੇ ਬੈਠ ਲੈਂਦਾ ਹੈ, ਜਿਵੇਂ ਛੋਟਾ ਜਿਹਾ ਬੱਚਾ ਅੱਗ ਨੂੰ
ਜਾਂ ਸੱਪ ਨੂੰ ਹੱਥ ਪਾਉਣ ਦਾ ਯਤਨ ਕਰਦਾ, ਉਹਨੂੰ ਸਮਝ ਨਹੀਂ। ਜਿੱਥੇ ਮੈਂ ਬੱਚਾ ਸੁੱਖ ਸਮਝ ਰਿਹਾ ਸੀ ਕਿ ਮੈਂ ਸੱਪ ਨੂੰ ਫੜਨਾ ਹੈ, ਅੱਗ ਨੂੰ ਫੜਨਾ ਹੈ, ਪਰ ਜਦੋਂ ਪਕੜਨ ਵਾਸਤੇ ਯਤਨ ਕਰਦਾ ਹੈ, ਮਿਲ ਜੇ ਤਾਂ ਵੀ ਦੁਖੀ ਹੈ, ਤੇ ਜੇ ਨਾ ਮਿਲੇ ਸੰਗਤ ਜੀ, ਹੁਣ ਅੱਗ 'ਚ ਹੱਥ ਨਹੀਂ ਪਾਇਆ ਤਾਂ ਵੀ ਦੁਖੀ ਹੋ ਰਿਹਾ, ਤੇ ਜੇ ਅੱਗ 'ਚ ਹੱਥ ਪਾਏਗਾ ਤਾਂ ਵੀ ਅਸਲ ਦੇ ਵਿੱਚ ਉਹ ਦੁਖੀ ਹੋਏਗਾ। ਉਹ ਮੈਂ ਤੇ ਮੇਰੀ ਦੀ ਮਮਤਾ ਇਹੋ ਜਿਹੇ ਕੰਮ ਕਰਾਉਂਦੀ ਹੈ, ਜਿੱਥੇ ਸੁੱਖ ਨਜ਼ਰ ਆਉਂਦਾ ਅਸਲ ਵਿੱਚ ਉਹ ਸੁੱਖ ਹੈ ਨਹੀਂ। ਇਸ ਤਰ੍ਹਾਂ ਦੁੱਖ ਨੂੰ ਹੀ ਸੁੱਖ ਸਮਝ ਕੇ ਜਦੋਂ ਯਤਨ ਕਰਦਾ ਹੈ, ਪਦਾਰਥਾਂ 'ਚੋਂ ਸੁੱਖ ਮਿਲੇਗਾ, ਨਹੀਂ ਮਿਲਦਾ, ਦੁਖੀ ਹੁੰਦਾ ਹੈ। ਫਿਰ ਸੋਚਦਾ ਹੈ ਪਰਿਵਾਰ ਵਿੱਚੋਂ ਸੁੱਖ ਮਿਲੇਗਾ, ਨਹੀਂ ਮਿਲਦਾ, ਫਿਰ ਦੁਖੀ ਹੁੰਦਾ ਹੈ। ਪਰ ਜਿੰਨੀ ਦੇਰ ਤੱਕ ਸਮਝ ਹੀ ਨਹੀਂ ਆਉਂਦੀ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ। ਕੋਈ ਸੁੱਖਾਂ ਦਾ ਦਾਤਾ ਤੇ ਪ੍ਰਮਾਤਮਾ ਸੀ, ਉਹਨੂੰ ਤੇ ਭੁੱਲੀ ਬੈਠਾ ਹੈ, ਤੇ ਉਹਨੂੰ ਛੱਡ ਕੇ ਦੁਨੀਆ ਦੇ ਪਦਾਰਥਾਂ ਤੇ ਵਸਤੂਆਂ 'ਚੋਂ ਸੁੱਖ ਲੱਭ ਰਿਹਾ, ਇਹ ਮਿਲਣਾ ਨਹੀਂ। ਇਸ ਕਰਕੇ ਮੈਂ ਮੇਰੀ 'ਚ ਫਸਿਆ ਦੁਖੀ ਹੁੰਦਾ ਹੈ। ਵਹਿਰ ਬ੍ਰਿਤ ਤੇ ਉਠੇ ਵਾਸ਼ਨਾ, ਤਿਨ ਅਨੁਸਾਰ ਜਨਮ ਕੋ ਪਾਹੀ। ਇਹ ਬਾਹਰ ਦੀ ਭਟਕਣਾ, ਆ ਵੀ ਮੈਂ ਲੈ ਲਾਂ, ਆ ਵੀ ਪ੍ਰਾਪਤ ਕਰ ਲਾਂ, ਮੈਂ ਮੇਰੀ ਜਿਹੜੀ ਹੈ ਬੰਦੇ ਨੂੰ ਅੰਤਰਮੁਖੀ ਧਿਆਨ 'ਚੋਂ ਹਟਾ ਕੇ, ਕਿਉਂਕਿ ਅੰਦਰ ਤੇ ਮੈਂ ਮੇਰੀ ਨੇ ਜਾਲਾ ਪਾਇਆ, ਅੰਤਰ ਆਤਮੇ ਦੇ। ਹੁਣ ਅੰਦਰਲੇ ਸਰੋਵਰ ਵਿੱਚ ਜਿਹੜਾ ਆਤਮ ਗਿਆਨ ਦਾ ਸਰੋਵਰ ਸੀ, ਉਧਰ ਤੇ ਝਾਤ ਨਹੀਂ ਜਾਂਦੀ। ਇਸ ਕਰਕੇ ਬਾਹਰ ਮੁਖੀ ਹੋ ਕਰਕੇ ਭਟਕਦਾ ਹੈ, ਬਾਹਰ ਵਿਸ਼ਿਆਂ ਵਿਕਾਰਾਂ ਵਿੱਚੋਂ ਸੁੱਖ ਚਾਹੁੰਦਾ ਹੈ। ਕਈ ਪ੍ਰਕਾਰ ਦੀ ਵਾਸ਼ਨਾ ਇਹਦੇ ਮਨ ਵਿੱਚ ਪੈਦਾ ਹੁੰਦੀ ਹੈ। ਇਸ ਤਰੀਕੇ ਨਾਲ ਇਹ ਬਾਰ-ਬਾਰ, ਹੁਣ ਜਿਹੜੀ ਵਾਸ਼ਨਾ ਵੱਧਾ ਆਵੇ ਜਾਵੇ, ਜਿਹੋ ਜੀ ਵਾਸ਼ਨਾ ਹੈ, ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਫਿਰ ਉਹਦੀ ਅਵਸਥਾ ਕੀ ਬਣ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਇੱਕ ਇੱਕ ਅੱਖਰ ਕਰਕੇ ਸਮਝਾਇਆ। ਉਹ ਕਿਹੜੇ ਰੂਪ ਦੇ ਵਿੱਚ, ਕਿਸ ਢੰਗ ਦੇ ਨਾਲ ਵੇਸ਼ਵਾ ਜੋਨ ਵੱਲ ਅਵਤਰੇ ਵਾਲੀ ਕਲਾ ਕਿਵੇਂ ਵਰਤਦੀ ਉਹਦੇ ਜੀਵਨ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਵੱਲ ਅਵਤਰੇ, ਤੇ ਜਿਹਦੇ ਹਿਰਦੇ ਦੀ ਅਵਸਥਾ ਉੱਚੀ ਹੋ ਗਈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੇ ਹਿਰਦੈ ਬਿਸੈ। ਉਹਦੇ ਹਿਰਦੇ ਵਿੱਚ ਰੱਬ ਵਸਦਾ। ਗੱਲ ਤੇ ਅਖੀਰਲਾ ਸਵਾਸ ਵੀ ਅੰਤਕਾਲ ਹੈ, ਪਰ ਸੱਚ ਜਾਣਿਓ ਕੋਈ ਪਤਾ ਨਹੀਂ ਸਵਾਸ ਅਖੀਰਲਾ ਕਿਹੜਾ ਹੈ। ਪਰ ਉਹ ਬਿਰਤੀ ਬਣਾਉਣ ਦੀ ਥਾਂ ਇਹ ਬੰਦਾ ਕੇਵਲ ਪਦਾਰਥਾਂ ਵਾਲੇ ਪਾਸੇ ਹੀ ਤਾਂ ਭਟਕਦਾ ਹੈ, ਪਰ ਅੰਤਰਾਤਮੇ ਜਿਹੜਾ ਗਿਆਨ ਅਸਲ ਵਿੱਚ ਰੱਬ ਦੇ ਨਾਮ ਨਾਲ ਜੁੜਿਆ ਸੁੱਖ ਸੀ, ਉਧਰ ਇਹਦਾ ਧਿਆਨ ਨਹੀਂ ਜਾਂਦਾ ਹੈ। ਇਹ ਪਰਦੋ ਤਨਹੰਤਾ ਮਮਤਾ, ਤਿਆਗੇ ਤੇ ਆਤਮ ਸੁਖ ਲੇਤ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਆਤਮਿਕ ਸੁੱਖ ਹੈ, ਬਾਬਾ ਮਹਾਦੇਵ ਜੀ ਪੁੱਛਦੇ ਸੀ ਨਾ ਆਤਮਿਕ ਸੁੱਖ ਕਿਵੇਂ ਮਿਲੇਗਾ। ਕਹਿੰਦੇ ਆਤਮਿਕ ਸੁੱਖ ਕਿਸੇ ਪਦਾਰਥ ਵਿੱਚੋਂ, ਵਸਤੂ ਚੋਂ ਨਹੀਂ। ਜਿੰਨੀ ਦੇਰ ਤੱਕ ਮਨੁੱਖ ਇਹ ਦੋ ਚੀਜ਼ਾਂ ਦੇ ਪਰਦੇ ਨਹੀਂ ਨਾ ਲਾਉਂਦਾ, ਇੱਕ ਪਰਦਾ ਹੈ ਤਨਹੰਤਾ ਹਉ, ਦੂਸਰਾ ਹੈ ਮਮਤਾ, ਮੈਂ ਮੇਰੀ, ਮੇਰਾ ਪੁੱਤ, ਮੇਰਾ ਪਰਿਵਾਰ, ਮੇਰਾ ਧਨ। ਇਹ ਦੋ ਜਿਹੜੀ ਮੈਂ ਬੜਾ ਸਿਆਣਾ, ਮੈਂ ਫਲਾਣਾ, ਮੈਂ ਟਮਕਾਣਾ, ਇਸ ਤਰ੍ਹਾਂ ਜਿਹੜਾ ਮੈਂ ਕਰਕੇ ਜੋੜਿਆ ਆਪਣੇ ਨਾਲ, ਤੇ ਦੂਸਰਾ ਮੇਰਾ ਵਾਲਾ ਜਿਹੜਾ, ਇਹ ਦੋ ਚੀਜ਼ਾਂ ਜਦ ਤੱਕ ਨਹੀਂ ਨਾ ਤਿਆਗਦਾ, ਸੱਚ ਜਾਣਿਓ ਓਨੀ ਦੇਰ ਤੱਕ ਆਪਣੇ ਆਤਮ ਅਵਸਥਾ ਨੂੰ ਜਾਣਨ ਤੋਂ ਬਗੈਰ ਸੁੱਖ ਨਹੀਂ ਮਿਲਦਾ ਹੈ। ਮਨ ਕੋ ਇੰਦਰੀ ਸੰਗ ਸੰਬੰਧ ਜੋ, ਇਹ ਬੰਧਨ ਅਤਿਸ਼ੈ ਦੁਖ ਦੇਤ। ਫਿਰ ਕਹਿੰਦੇ ਅਸਲ ਵਿੱਚ ਜਿਹੜੇ ਬੰਧਨ ਪਏ ਨੇ ਨਾ ਆਤਮਾ ਨੂੰ, ਸੱਚ ਇਹ ਹੈ ਕਿ ਜਿਹੜਾ ਸਾਡਾ ਮਨ ਹੈ ਨਾ, ਇਹ ਮਨ ਬੰਧਨਾਂ ਦੇ ਵਿੱਚ ਭਟਕਾਉਂਦਾ ਹੈ, ਕਿਉਂਕਿ ਮਨ ਦਾ ਸੰਬੰਧ ਇੰਦਰੀਆਂ ਦੇ ਨਾਲ ਹੈ। ਜਿਹੜੇ ਇੰਦਰੀਆਂ ਦੇ ਮੋਹ ਦੇ ਵਿੱਚ ਪੈ ਕੇ ਇੰਦਰੀਆਂ ਦੇ ਮਨ ਸਵੰਨੇ ਚਸਕਿਆਂ ਨੂੰ ਪੂਰਾ ਕਰਨ ਵਿੱਚ ਇਹ ਮਨ ਲੱਗਾ ਹੋਇਆ। ਤੇ ਇਸ ਤਰੀਕੇ ਦੇ ਨਾਲ ਅੱਖਾਂ ਦਾ ਕੰਮ ਹੈ ਵੇਖਣਾ, ਕੰਨਾਂ ਦਾ ਕੰਮ ਹੈ ਸੁਣਨਾ, ਜ਼ਬਾਨ ਦਾ ਕੰਮ ਹੈ ਬੋਲਣਾ ਜਾਂ ਰਸਾਂ ਦਾ ਗਿਆਨ ਕਰਨਾ। ਇਸੇ ਤਰੀਕੇ ਦੇ ਨਾਲ ਨੱਕ ਸੁਗੰਧੀ ਦੁਰਗੰਧੀ ਦਾ ਗਿਆਨ ਕਰਾਉਂਦਾ। ਪਰ ਇਹ ਜਿਹੜੇ ਚਸਕੇ ਜਿਹੜੇ ਪੈ ਜਾਂਦੇ ਨੇ ਮਨੁੱਖ ਨੂੰ, ਇਹ ਇੰਦਰੇ ਜਿਹੜੇ ਵਿਸ਼ਿਆਂ ਵਾਲੇ ਪਾਸੇ ਲੈ ਜਾਂਦੇ ਹੈ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜਾ ਮਨ ਦਾ, ਇੰਦਰੀਆਂ ਦਾ ਸੰਬੰਧ ਹੈ ਮਨ ਨਾਲ, ਤੇ ਵਿਸ਼ਿਆਂ ਵਾਲੇ ਪਾਸੇ ਨੂੰ ਜਦੋਂ ਇਹ ਮਨ ਦੇ ਪ੍ਰੇਰੇ ਇੰਦਰੇ ਲੈ ਕੇ ਜਾਂਦੇ ਨੇ ਨਾ, ਸੱਚ ਜਾਣਿਓ ਅੱਖਾਂ ਉਹ ਵੇਖਦੀਆਂ ਨੇ ਜੋ ਮਨ ਕਹਿੰਦਾ ਹੈ। ਅੱਖਾਂ ਦਾ ਕੰਮ ਤੇ ਕੇਵਲ ਵੇਖਣਾ ਹੀ ਹੈ। ਅੱਖਾਂ ਨੇ ਜਿਸ ਵੀ ਪਾਸੇ ਵੱਲ ਵੇਖਣਾ ਹੈ, ਅਸਲ ਵਿੱਚ ਜਿਹੜੇ ਰੂਪ ਵਿੱਚ ਮਨ ਕਹਿੰਦਾ ਹੈ ਨਾ, ਅੱਖਾਂ ਉਹ ਵੇਖਦੀਆਂ। ਕੰਨਾਂ ਦਾ ਕੰਮ ਕੇਵਲ ਸੁਣਨਾ ਹੈ, ਪਰ ਕੰਨਾਂ ਨੂੰ ਸੁਣਾਉਂਦਾ ਮਨ ਹੈ। ਜੋ ਮਨ ਕਹੇਗਾ, ਜੇ ਤੇ ਮਨ ਨੇ ਕਿਹਾ ਬਾਣੀ ਸੁਣ, ਫਿਰ ਤੇ ਬਾਣੀ ਸੁਣੂਗਾ। ਤੇ ਜੇ ਮਨ ਨੇ ਕਿਹਾ ਨਹੀਂ ਗਾਣੇ ਸੁਣਨੇ ਆਪਾਂ ਤੇ ਆ ਫਲਾਣੇ ਦੇ ਗਾਣੇ ਸੁਣਾਂਗੇ, ਤੇ ਫਿਰ ਮਨ ਨੇ ਉਸ ਪਾਸੇ ਲੈ ਜਾਣਾ ਹੈ, ਫਿਰ ਕੰਨ ਉਧਰਲੇ ਪਾਸੇ ਹੋ ਜਾਣਗੇ। ਇਹਦਾ ਮਤਲਬ ਪ੍ਰੇਰਕ ਤੇ ਮਨ ਹੈ, ਡਰਾਈਵਰ ਤੇ ਮਨ ਹੈ। ਤੇ ਮਨ ਦੇ ਪ੍ਰੇਰੇ ਹੋਏ ਜਿਹੜੇ ਇੰਦਰੇ ਨੇ, ਸੱਚ ਇਹ ਹੈ
ਕਿ ਇਹ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਪਾ ਕੇ ਬੰਦੇ ਨੂੰ ਬਹੁਤ ਵੱਡਾ ਦੁੱਖ ਆਤਮਿਕ ਦੁਖੀ ਕਰਦੇ ਹਨ। ਇੰਦਰੇ ਤੇ ਹਟ ਕਰ ਹੋਏ ਫਿਰ ਜਬ ਟਿਕ ਜਾਵੇ ਮਨ ਹਿਰਦੇ ਨਕੇਤ। ਜਦੋਂ ਮਨ ਇੰਦਰੀਆਂ ਰਾਹੀਂ ਸੁੱਖ ਦੀ ਵਾਸ਼ਨਾ ਦੀ ਜਿਹੜੀ ਇਹ ਬਿਰਤੀ ਘਟਾ ਕਰਕੇ ਅੰਤਰ ਆਤਮੇ ਮਨ ਟਿਕ ਜਾਂਦਾ। ਮਨ ਇੰਦਰੀਆਂ ਰਾਹੀਂ ਸੁੱਖ ਚਾਹੁੰਦਾ ਹੈ, ਵੇਖ ਕੇ ਸੁੱਖ ਲੈ ਲਾਂ, ਕੰਨਾਂ ਨਾਲ ਕੁਝ ਸੁਣ ਕੇ ਸੁੱਖ ਲੈ ਲਾਂ, ਜ਼ਬਾਨ ਨਾਲ ਕੁਝ ਸੁੱਖ। ਇਹ ਇੰਦਰੀਆਂ ਰਾਹੀਂ ਜਿਹੜਾ ਸੁੱਖ ਸੀ ਨਾ ਉਹ ਛੱਡ ਕੇ ਜਦੋਂ ਅੰਤਰ ਆਤਮੇ ਟਿਕ ਜਾਂਦਾ ਹੈ ਨਾ, ਮਨ ਦੀ ਭਟਕਣਾ ਕਰਕੇ ਇੰਦਰੀਆਂ ਰਾਹੀਂ ਬਾਹਰ ਨੂੰ ਭੱਜਦਾ ਸੀ। ਬਾਰ-ਬਾਰ ਇੱਧਰ ਵੇਖਾਂ, ਇਹ ਵੀ ਸੁਣ ਲਾਂ, ਇਹ ਵੀ ਕਰ ਲਾਂ, ਪਹਿਲਾਂ ਮਨ ਬਾਹਰ ਨੂੰ ਭਟਕਦਾ ਸੀ। ਪਰ ਕਹਿੰਦੇ ਇੰਦਰੀਆਂ ਵਾਲੇ ਪਾਸੇ ਤੋਂ ਹਟ ਕੇ ਜਦ ਮਨ ਇਹਦਾ ਅੰਤਰ ਆਤਮੇ ਟਿਕ ਜਾਂਦਾ ਹੈ, ਬਾਹਰ ਦੀ ਭਟਕਣਾ ਚੋਂ ਨਿਕਲ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਉਹ ਅੰਦਰ ਬਾਹਰ ਢੋਢਣ ਦੀ ਖੋਜਣ ਦੀ ਲੋੜ ਨਹੀਂ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਉਹ ਜਿਹੜਾ ਅੰਤਰ ਆਤਮੇ ਟਿਕਿਆ ਹੋਇਆ ਹੈ। ਜਿਸ ਤਰ੍ਹਾਂ ਕਸਤੂਰੀ ਹਿਰਨ ਨੂੰ ਨਹੀਂ ਪਤਾ ਕਿ ਉਹਦੇ ਕੋਲ ਕਸਤੂਰੀ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਉਹ ਭਟਕਦਾ ਰਹਿੰਦਾ ਹੈ ਹਿਰਨ। ਇਸੇ ਤਰੀਕੇ ਨਾਲ ਅੰਤਰ ਆਤਮੇ ਜਿਹੜਾ ਹਿਰਦੇ ਦੇ ਅੰਦਰ ਅੰਤਰ ਖੂਹਟਾ ਅੰਮ੍ਰਿਤ ਭਰਿਆ, ਗੁਰ ਸ਼ਬਦੀ ਕਾਢ ਪੀਏ ਪਨਿਹਾਰੀ। ਅੰਦਰ ਸ਼ਬਦ ਦੇ ਰਾਹੀਂ ਅੰਦਰ ਦੇ ਅੰਮ੍ਰਿਤ ਨਾਲ ਸਾਂਝ ਪਾਉਣੀ ਸੀ। ਉਹ ਅੰਮ੍ਰਿਤ ਗੁਰੂ ਦੇ ਰਾਹੀਂ ਪ੍ਰਾਪਤ ਹੋਣਾ ਸੀ। ਪਰ ਜਿਹੜਾ ਅੰਮ੍ਰਿਤ ਅੰਦਰ ਹੈ ਉਹ ਲੱਭਣ ਵਾਸਤੇ ਸਾਰੀ ਜ਼ਿੰਦਗੀ ਭਟਕਦਾ ਰਿਹਾ। ਅੰਦਰ ਦੇ ਅੰਮ੍ਰਿਤ ਨੂੰ ਬਾਹਰ ਦੇ ਅੰਮ੍ਰਿਤ ਰਾਹੀਂ ਗੁਰੂ ਸਾਹਿਬ ਨੇ ਸੰਚਾਰ ਕਰਕੇ ਪ੍ਰਗਟ ਕਰ ਦਿੱਤਾ। ਇਹ ਵੀ ਇੱਕ ਕਲਾ ਗੁਰੂ ਕੀ ਬੜੀ ਮਹਾਨ ਹੈ। ਪਰ ਇੱਥੇ ਗੱਲ ਸੀ ਕਿ ਮਨ ਬਾਹਰੋਂ ਸੁੱਖ ਲੱਭਦਾ ਸੀ ਇੰਦਰੀਆਂ ਰਾਹੀਂ, ਪਰ ਜਦੋਂ ਬਾਹਰ ਦੀ ਭਟਕਣਾ ਛੱਡ ਕੇ ਅੰਤਰਾਤਮੇ ਟਿਕਦਾ ਹੈ, ਸੱਚ ਜਾਣਿਓ ਹਿਰਦੇ ਕਰਕੇ ਜਦੋਂ ਅੰਤਰਾਤਮੇ ਦੀ ਬਿਰਤੀ ਜੁੜਦੀ ਹੈ ਤੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਸੋ ਮੁਕਤੀ ਹੈ ਸੁਖਦ ਪਰਮੰਗਤ, ਕਹਿਤ ਸੰਤ ਸਭ ਵੇਦ ਸਮੇਤ। ਸੱਚ ਜਾਣਿਓ ਇਹ ਮਨ ਦੀ ਭਟਕਣਾ ਹੀ ਬੰਧਨ ਹੈ। ਤੇ ਜਿੱਦਣ ਮਨ ਦੀ ਭਟਕਣਾ ਰੁਕ ਗਈ ਨਾ, ਮਨ ਅੰਤਰਾਤਮੇ ਟਿਕ ਗਿਆ, ਸੱਚ ਜਾਣਿਓ ਅਸਲ ਵਿੱਚ ਉਹ ਮੁਕਤ ਅਵਸਥਾ ਹੈ। ਜਿਹੜੇ ਮਨ ਨੂੰ ਸਮਝ ਆ ਗਈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਨੌਵੇਂ ਪਾਤਸ਼ਾਹ ਦੇ ਬਚਨ। ਪੰਜਵੇਂ ਪਾਤਸ਼ਾਹ ਦੇ ਪੜ੍ਹਦੇ, ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋਊ ਕਹਾਵੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਕਹਿੰਦੇ ਅੰਤਰਾਤਮੇ ਜਦੋਂ ਬਾਹਰ ਦੀ ਭਟਕਣਾ ਛੱਡ ਕੇ ਅਵਸਥਾ ਬਣ ਗਈ, ਉਹਨੂੰ ਮੁਕਤ ਕਿਹਾ ਜਾਂਦਾ। ਉਹ ਪਰਮ ਪਦਵੀ ਸੁੱਖ ਆਨੰਦ ਵਾਲੀ ਪ੍ਰਾਪਤ ਹੁੰਦੀ ਹੈ। ਇਹ ਸਾਰੇ ਸੰਤ ਧਾਰਮਿਕ ਗ੍ਰੰਥ ਸ਼ਾਸਤਰ ਸਾਰੇ ਇਹ ਗੱਲ ਕਹਿੰਦੇ ਹਨ। ਬੁੱਧ ਤੇ ਗੇ ਆਤਮਾ ਬ੍ਰਹਮ ਜੋ, ਨਹਿ ਕਿਸ ਇੰਦਰੀ ਵਿਸ਼ੇ ਵਿਚਾਰ। ਅਸਲ ਦੇ ਵਿੱਚ ਜਿਹੜਾ ਪ੍ਰਮਾਤਮਾ ਹੈ ਨਾ, ਉਹ ਇੰਦਰੀਆਂ ਦਾ ਸੰਬੰਧ ਨਹੀਂ। ਇਹ ਜ਼ਰੂਰੀ ਨਹੀਂ ਕਿ ਅੱਖਾਂ ਨਾਲ ਹੀ ਰੱਬ ਨੂੰ ਦੇਖਿਆ ਜਾਏਗਾ। ਜੇ ਅੱਖਾਂ ਨਹੀਂ ਵੀ ਨੇ ਨਾ, ਸੱਚ ਜਾਣਿਓ ਪ੍ਰਮਾਤਮਾ ਇਹਨਾਂ ਅੱਖਾਂ ਦਾ ਮੁਹਤਾਜ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਦੇ, ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਪਿਰੀ। ਜਿਨ੍ਹਾਂ ਨਾਲ ਪਰਮੇਸ਼ਰ ਦੇ ਦੀਦਾਰ ਹੁੰਦੇ ਉਹ ਆ ਅੱਖਾਂ ਨਹੀਂ। ਜਿਨ੍ਹਾਂ ਕੋਲ ਨਹੀਂ ਵੀ ਨੇ ਨਾ, ਭਗਤ ਸੂਰਦਾਸ ਜੀ ਦੀ ਬਾਣੀ, ਸੂਰਮਾ ਸ਼ਬਦ ਜਿਹਨੂੰ ਵਰਤਿਆ ਜਾਵੇ, ਆਪਾਂ ਖਾਲਸਾ ਹੀ ਬੋਲਿਆ ਚ ਕਹਿੰਦੇ ਜਿਹਦੇ ਕੋ ਅੱਖਾਂ ਨਾਲ ਨਾ ਦਿਖਦਾ ਹੋਵੇ। ਸਤਿਗੁਰੂ ਪਾਤਸ਼ਾਹ ਬਾਣੀ 'ਚ ਵੀ ਕਹਿੰਦੇ ਅਕਲ ਵਿੱਚ ਉਹਨਾਂ ਨੂੰ ਅੰਨੇ ਨਹੀਂ ਆਖਿਆ ਜਾਂਦਾ ਜਿਨ੍ਹਾਂ ਕੋਲ ਆ ਅੱਖਾਂ ਨਹੀਂ। ਅਸਲ ਵਿੱਚ ਅੰਨੇ ਤੇ ਉਹ ਨੇ ਜਿਹੜੇ ਹਿਰਦੇ ਦੀਆਂ ਅੱਖਾਂ ਤੋਂ ਅਵੇਸਲੇ ਹੋਏ ਪਏ ਨੇ, ਜਿਨ੍ਹਾਂ ਨੂੰ ਅਸਲ ਵਿੱਚ ਰੱਬ ਦਾ ਗਿਆਨ ਨਹੀਂ। ਇਹ ਰੱਬ ਇੰਦਰੀਆਂ ਦੇ ਰਾਹੀਂ ਨਹੀਂ, ਉਹ ਤੇ ਮਨ ਦਾ ਸੰਬੰਧ ਹੈ, ਬੁੱਧੀ ਦਾ ਸੰਬੰਧ ਹੈ, ਵਿਚਾਰ ਦਾ ਸੰਬੰਧ ਹੈ, ਜਿਸ ਨੂੰ ਬੁੱਧੀ ਦੇ ਰਾਹੀਂ, ਮਤ ਦੇ ਰਾਹੀਂ ਮਨ ਨੂੰ ਕੰਟਰੋਲ ਕਰਕੇ ਜਾਣਿਆ ਜਾ ਸਕਦਾ ਹੈ। ਗਿਆਤਾ ਪਾਏ ਆਨੰਦ ਉਦੁਦ ਕੀ, ਤਤ ਛਿਨ ਮਿਲ ਹੈ ਤਾਹੇ ਮਝਾਰ। ਕਹਿੰਦੇ ਇਸੇ ਤਰੀਕੇ ਨਾਲ ਜਿਹੜਾ ਆਤਮਾ ਪਰਮਾਤਮਾ ਨੂੰ ਜਾਣਨ ਦਾ ਵਿਸ਼ਾ ਬੁੱਧੀ ਦੇ ਰਾਹੀਂ ਜਾਣਨਾ ਸੀ, ਤੇ ਜਿਹੜਾ ਉਹ ਜਾਣਦਾ ਹੈ ਨਾ ਅਸਲ ਦੇ ਵਿੱਚ ਉਸ ਨੂੰ ਸਾਂਝ ਪਾ ਲੈਂਦਾ। ਜਿਹੜਾ ਉਹਨੂੰ ਜਾਣ ਲੈਂਦਾ ਹੈ, ਫਿਰ ਸੱਚ ਜਾਣੇ ਤੇ ਗੂੰਗੇ ਕੀ ਮਠਿਆਈ ਹੈ। ਉਹ ਬੋਲ ਕੇ ਨਹੀਂ ਕੁਝ ਦੱਸ ਸਕਦਾ ਕਿ ਕਿਵੇਂ ਦੱਸਿਆ ਜਾਵੇ। ਕਹਿੰਦੇ ਉਹ ਤੇ ਆਨੰਦ ਦੇ ਸਾਗਰ ਦੇ ਵਿੱਚ ਤਤਛਿਨ ਜਾ ਕੇ ਲੀਨ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜਾ ਕਰਕੇ ਲੀਨ ਹੋ ਜਾਂਦਾ ਹੈ।
ਉਹਦਾ ਆਪਣਾ ਆਪ ਮੁੱਕ ਜਾਂਦਾ ਹੈ, ਫਿਰ ਉਹ ਆਪਣੇ ਆਪ ਦੀ ਵਡਿਆਈ ਮੈਂ ਮੇਰੀ ਦੀਆਂ ਗੱਲਾਂ ਨਹੀਂ ਕਰਦਾ ਹੈ। ਨਹੀਂ ਬਾਸ਼ਨਾ ਉਠਹਿ ਬਹੁਰ ਕਬ, ਜਨਮ ਮਰਨ ਨਹਿ ਹੋਏ ਸੰਸਾਰ। ਵਾਸ਼ਨਾ ਦੇ ਵਿੱਚ ਬੱਧਾ ਹੋਇਆ ਹੀ ਤੇ ਬੰਦਾ ਬਾਰ-ਬਾਰ ਆਉਂਦਾ ਜਾਂਦਾ ਸੀ, ਇੰਦਰੀਆਂ ਰਾਹੀਂ ਵਾਸ਼ਨਾ ਪੈਦਾ ਹੁੰਦੀਆਂ ਸੀ, ਮਨ ਬਾਹਰ ਭਟਕਦਾ ਸੀ, ਅੰਤਰਮੁਖੀ ਮਨ ਹੋ ਗਿਆ, ਸਮਝ ਆ ਗਈ ਕਿ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਜਦੋਂ ਅੰਤਰ ਆਤਮੇ ਬੁੱਧੀ ਦੇ ਰਾਹੀਂ ਜਾਣਨ ਯੋਗ ਪ੍ਰਮਾਤਮਾ ਜਿਹੜਾ ਹੈ, ਕਹਿੰਦੇ ਉਹ ਆਤਮ ਬੁੱਧ ਦੇ ਰਾਹੀਂ ਜਦੋਂ ਉਸ ਪ੍ਰਮਾਤਮਾ ਨਾਲ ਸਾਂਝ ਪੈਂਦੀ ਹੈ ਤੇ ਕਹਿੰਦੇ ਫਿਰ ਉਹ ਇਸ ਤਰੀਕੇ ਨਾਲ ਅੰਤਰ ਆਤਮੇ ਟਿਕ ਜਾਂਦਾ ਹੈ। ਫਿਰ ਉਹਦੇ ਅੰਦਰ ਵਾਸ਼ਨਾ ਵਾਲੇ ਫੁਰਨੇ ਨਹੀਂ ਪੈਦਾ ਹੁੰਦੇ, ਤੇ ਜਦੋਂ ਫੁਰਨੇ ਨਹੀਂ ਪੈਦਾ ਹੁੰਦੇ ਉਹ ਸੰਸਾਰ ਵਿੱਚ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਸਾਰ ਅਸਾਰ ਵਿਚਾਰ ਧਾਰ ਕਰ, ਸਾਰ ਗਹਿ ਸਭ ਤਿਆਗ ਅਸਾਰ। ਉਹਨੂੰ ਸਮਝ ਆ ਜਾਂਦੀ ਹੈ ਸਾਰ ਤੇ ਅਸਾਰ, ਚੰਗਾ ਕੀ ਹੈ ਤੇ ਮਾੜਾ ਕੀ ਹੈ, ਸਹੀ ਗਲਤ ਦੀ ਵਿਚਾਰ, ਸੱਤ ਅਸੱਤ ਦੀ ਵਿਚਾਰ ਚੰਗੀ ਤਰ੍ਹਾਂ ਸਮਝ ਕੇ ਉਹ ਸੱਤ ਨੂੰ ਧਾਰਨ ਕਰ ਲੈਂਦਾ ਹੈ, ਸੱਚਾਈ ਨਾਲ ਜੁੜ ਜਾਂਦਾ ਹੈ, ਚੰਗਿਆਈ ਨਾਲ ਜੁੜ ਜਾਂਦਾ ਹੈ, ਬੁਰਾਈ ਨੂੰ, ਝੂਠ ਨੂੰ, ਅਸੱਤ ਨੂੰ ਜਿਹੜਾ ਤਿਆਗ ਦਿੰਦਾ ਹੈ। ਅੰਤਰ ਬ੍ਰਿਤੀ ਹੋਏ ਕਰ ਜਾਨੋ, ਵਹਿਰ ਨਹੀਂ ਕੁਛ ਸਭ ਇਸ ਮਾਹੇ। ਇਸ ਕਰਕੇ ਭਾਈ ਬਾਹਰ ਕੁਝ ਨਹੀਂ, ਸਭ ਕੁਛ ਘਰ ਮੈਂ ਅੰਦਰ ਹੀ। ਅੰਤਰ ਬਿਰਤੀ ਹੋ ਕਰਕੇ ਅਡੋਲ ਆਪਣੇ ਅੰਤਰ ਆਤਮੇ ਤੋਂ ਉਸ ਨੂੰ ਖੋਜਣਾ ਕਰੋ, ਤੇ ਜਿਹੜਾ ਅੰਦਰੋਂ ਖੋਜਦਾ ਹੈ ਸੱਚ ਜਾਣਿਓ, ਉਹਨੂੰ ਫਿਰ ਬਾਹਰ ਨਹੀਂ ਭਟਕਣਾ ਪੈਂਦਾ। ਮਹਾਦੇਵ ਸੁਨ ਦ੍ਰਿਗ ਜੁਗ ਮੁੰਦੇ, ਅੰਤਰ ਬ੍ਰਿਤ ਤੇ ਵਹਿਰ ਨ ਆਹੇ। ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਇਹ ਮਹਾ ਆਤਮ ਗਿਆਨ ਦੇ ਬਚਨ ਸੁਣ ਕਰਕੇ, ਕਿਉਂਕਿ ਸਤਿਗੁਰੂ ਜਾਣਦੇ ਸੀ ਇਹ ਉੱਤਮ ਅਧਿਕਾਰੀ ਨੇ, ਥੋੜਾ ਕਵਾਂਗੇ ਤੇ ਹਿਰਦੇ 'ਚ ਬ੍ਰਹਮ ਗਿਆਨ ਪੈਦਾ ਹੋ ਜਾਏਗਾ। ਜਿਹੜੇ ਹਿਰਦੇ 'ਚੋਂ ਇਹ ਸਵਾਲ ਨਿਕਲੇ ਸਨ ਉਹ ਫਿਰ ਹਿਰਦੇ ਤੱਕ ਪਹੁੰਚ ਰਹੇ ਸਨ, ਤੇ ਸਤਿਗੁਰੂ ਪਾਤਸ਼ਾਹ ਦੇ ਮੁਖੋਂ ਸੁਣ ਕਰਕੇ ਇਹ ਅੰਮ੍ਰਿਤ ਮੁਖਾਰ ਬਿੰਦ ਤੋਂ ਨਿਕਲੇ ਬਚਨ, ਇਹ ਅੰਮ੍ਰਿਤ ਵਰਖਾ ਜਿਉਂ-ਜਿਉਂ ਹਿਰਦੇ ਵਿੱਚ ਜਾਂਦੀ ਹੈ ਬਾਬਾ ਮਹਾਦੇਵ ਜੀ, ਉਹਨਾਂ ਦੀਆਂ ਅੱਖਾਂ ਬੰਦ ਹੁੰਦੀਆਂ ਜਾਂਦੀਆਂ ਨੇ। ਹੁਣ ਇੰਦਰੀਆਂ ਰਾਹੀਂ ਬਾਹਰ ਦੇਖਣ ਦੀ ਥਾਂ ਉਹ ਅੰਤਰ ਆਤਮੇ ਟਿਕ ਜਾਂਦੇ ਹੈ, ਤੇ ਅੰਤਰ ਆਤਮੇ ਫਿਰ ਹੁਣ ਉਹਨਾਂ ਦਾ ਧਿਆਨ ਬਾਹਰ ਕਿਸੇ ਪਾਸੇ ਨਹੀਂ ਜਾਂਦਾ ਹੈ। ਤਤ ਛਿਨ ਲਗੀ ਸਮਾਦ ਅਚਲ ਚਿਤ, ਰਸ ਕੋ ਪਾਏ ਤਤ ਸੋ ਨਾਹੇ। ਇਸ ਤਰੀਕੇ ਨਾਲ ਅੰਤਰ ਆਤਮੇ ਟਿਕ ਗਏ, ਅਡੋਲ ਸਮਾਧੀ ਲੱਗ ਗਈ ਬਾਬਾ ਮਹਾਦੇਵ ਜੀ ਦੀ। ਇੰਨਾ ਕੋ ਰਸ ਉਹਨਾਂ ਨੇ ਮਾਣਿਆ ਕਿ ਹੁਣ ਉਹ ਸਮਾਧੀ ਚੋਂ ਨਿਕਲਣਾ ਨਹੀਂ ਚਾਹੁੰਦੇ ਹਨ। ਬੀਤ ਗਏ ਜੁਗ ਜਾਮ ਥਰਿਉ ਜਬ, ਸ੍ਰੀ ਅਰਜਨ ਤਬ ਗਹਿ ਕਰ ਬਾਹੇ। ਇੱਧਰ 2 ਪਹਿਰ ਦੇ ਕਰੀਬ ਜਿਹੜਾ ਸਮਾਂ ਸੀ ਨਾ ਸਾਧ ਸੰਗਤ, ਇਸੇ ਤਰ੍ਹਾਂ ਆਤਮਿਕ ਅਵਸਥਾ ਵਿੱਚ ਸਹਿਜ ਅਡੋਲ ਸਮਾਧੀ ਵਿੱਚ ਟਿਕਿਆ ਬਤੀਤ ਹੋ ਗਿਆ। ਬਾਬਾ ਮਹਾਦੇਵ ਜੀ ਇੰਨਾ ਰਸ ਮਾਣ ਰਹੇ ਨੇ ਅੰਤਰ ਆਤਮੇ ਟਿਕੇ ਹੋਏ, ਆਪਣੇ ਆਤਮ ਹੈ ਪਰਮਾਤਮਾ ਹੈ ਦੀ ਉਸ ਖੇਡ ਦੇ ਵਿੱਚ ਅੰਤਰ ਆਤਮੇ ਜਿਉਂ-ਜਿਉਂ ਅੰਦਰ ਨੂੰ ਖੋਜਦੇ ਜਾ ਰਹੇ ਨੇ ਅਡੋਲ ਸਮਾਧੀ ਵਿੱਚ। ਕਹਿੰਦੇ ਉਹ ਬਾਹਰਲਾ ਸਾਰਾ ਧਿਆਨ ਉਹਨਾਂ ਨੇ ਛੱਡਤਾ। 2 ਪਹਿਰਾਂ ਤੋਂ ਬਾਅਦ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾਲੂ ਸਤਿਗੁਰੂ, ਕਿਉਂਕਿ ਗੁਰੂ ਨਾਨਕ ਦਾ ਘਰ ਸੰਸਾਰ ਤੋਂ ਭੱਜਣਾ ਨਹੀਂ ਸਿਖਾਉਂਦਾ, ਸੰਸਾਰ ਦੇ ਅੰਤਰ ਆਤਮੇ ਤੋਂ ਨਿਰੰਕਾਰ ਨੂੰ ਵੇਖ ਕੇ ਸੰਸਾਰ ਵਿੱਚ ਵੀ ਉਹਦੀ ਦੇਖਣ ਦੀ ਦ੍ਰਿਸ਼ਟੀ ਪੈਦਾ ਕਰਦਾ ਕਿ ਸੋ ਅੰਤਰ ਸੋ ਬਾਹਰ ਅਨੰਤ। ਜਿਹੜਾ ਅੰਦਰ ਵੇਖਿਆ ਉਹਨੂੰ ਵੇਖ ਝਾਤ ਮਾਰ ਕੇ ਬਾਹਰ ਵੀ ਹੈ, ਉਹ ਦਿਖਾਉਣ ਵਾਸਤੇ ਬਾਬਾ ਮਹਾਦੇਵ ਜੀ ਨੂੰ ਬਾਹੋਂ ਪਕੜ ਕੇ ਹਿਲਾਉਂਦੇ ਹਨ। ਧਨ ਬ੍ਰਿਤ ਤੁਮਰੀ ਗੁਰ ਸੁਤ ਹੋ, ਕਹੇ ਤਨਕ ਤੇ ਉਪਜਿਓ ਗਿਆਨ। ਕਹਿਣ ਲੱਗੇ ਧਨ ਹੋ ਤੁਸੀਂ ਗੁਰੂ ਕੇ ਪੁੱਤਰ, ਗੁਰੂ ਰਾਮਦਾਸ ਪਾਤਸ਼ਾਹ ਦੇ ਪੁੱਤਰ ਨੇ ਨਾ, ਗੁਰੂ ਪੁੱਤਰ ਹੋਣ ਕਰਕੇ ਧਨ ਹੋ ਤੁਸੀਂ ਬਾਬਾ ਮਹਾਦੇਵ ਜੀ, ਧਨ ਹੈ ਤੁਹਾਡੀ ਬਿਰਤੀ। ਤੇ ਥੋੜਾ ਜਿਹਾ ਹੀ ਤੁਹਾਨੂੰ ਦੱਸਿਆ ਹੈ, ਪਰ ਤੁਹਾਡੇ ਹਿਰਦੇ ਦੇ ਅੰਦਰ ਉਹ ਆਤਮ ਗਿਆਨ ਪ੍ਰਗਟ ਹੋ ਗਿਆ ਹੈ। ਲਹੋ ਸਮਾਦ ਵਹਿਰ ਕੀ ਅਬ ਤੁਮ, ਜਗਤ ਆਪਨੋ ਰੂਪ ਪਛਾਣ। ਹੁਣ ਉਸ ਸਮਾਦ ਅਵਸਥਾ ਚੋਂ ਬਾਹਰ ਨਿਕਲ ਕੇ ਹੁਣ ਵੇਖਣਾ ਕਰੋ ਸੰਸਾਰ ਨੂੰ। ਜਿਹੜਾ ਵਿਸ਼ਿਆਂ ਵਾਲੇ ਪਾਸੇ ਮਨ ਜਾਂਦਾ, ਜਿਹੜਾ ਅੰਦਰੋਂ ਸੁੱਖ ਮਾਣ ਲਿਆ, ਹੁਣ ਬਾਹਰ ਝਾਤ ਮਾਰ ਕੇ ਵੇਖੋ, ਉਹ ਉਹੀ ਜਿਹੜਾ ਪਰਮਾਤਮਾ ਬ੍ਰਹਮ ਸਰੂਪ ਹੈ ਤੁਹਾਨੂੰ ਸਾਰੇ ਪਾਸੇ ਪਸਰਿਆ ਹੋਇਆ ਨਜ਼ਰ ਆਏ। ਜੋ ਆਪਣਾ ਅਸਲ ਸਰੂਪ ਹੈ, ਆਪ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜਦੋਂ ਆਪਣੇ ਮੂਲ ਨੂੰ ਪਛਾਣ ਕੇ ਬਾਹਰ ਵੇਖੋਗੇ ਤੁਹਾਨੂੰ ਆਪਣਾ ਹੀ ਸਰੂਪ ਸਾਰੇ ਪਾਸੇ ਉਹ ਅਸਲ ਪ੍ਰਮਾਤਮਾ ਦਾ ਰੂਪ ਨਜ਼ਰ ਆਵੇਗਾ। ਬ੍ਰਹਮ ਸੋ ਦੀਸੈ ਬ੍ਰਹਮ ਸੋ ਸੁਣੀਐ, ਤਿਸ ਬਿਨ ਊਣ ਨਹੀਂ ਕੋ ਥਾਨ। ਹੁਣ ਤੁਸੀਂ ਜਦੋਂ ਬਾਹਰ ਵੇਖੋਗੇ ਤੁਹਾਨੂੰ ਨਜ਼ਰ ਆਏਗਾ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਪਸਰਿਆ ਹੋਇਆ ਨਜ਼ਰ ਆਏਗਾ। ਜੇ ਕੁਝ ਸੁਣੋਗੇ, ਹੁਣ ਕਿਸੇ ਬੰਦੇ ਦੇ ਬੋਲ ਨਹੀਂ,
ਹੁਣ ਬ੍ਰਹਮ ਦੇ ਹੀ ਬੋਲ ਤੁਹਾਡੇ ਕੰਨਾਂ ਵਿੱਚ ਤੁਹਾਨੂੰ ਸੁਣਾਈ ਦੇਣਗੇ, ਐਵੇਂ ਲੱਗੇਗਾ ਰੱਬ ਹੀ ਬੋਲ ਰਿਹਾ ਹੈ। ਤੇ ਉਸ ਤੋਂ ਬਿਨਾ ਕੋਈ ਥਾਂ ਨਹੀਂ, ਕੋਈ ਉਸ ਤੋਂ ਬਿਨਾ ਨਾ ਬੋਲ ਰਿਹਾ ਹੈ, ਨਾ ਕੁਝ ਉਸ ਤੋਂ ਬਗੈਰ ਤੁਹਾਨੂੰ ਹੁਣ ਕੁਝ ਨਜ਼ਰ ਆਵੇਗਾ। ਜਗਤ ਸੁਪਤ ਉਠਤ ਅਰ ਬੈਠਤ, ਫਿਰਤ ਸਥਿਤ ਇੱਕ ਰਸ ਬਿਰਤ ਠਾਣ। ਹੁਣ ਉਹ ਅਵਸਥਾ ਤੁਹਾਨੂੰ ਮਿਲ ਗਈ ਹੈ ਬਾਬਾ ਮਹਾਦੇਵ ਜੀ। ਹੁਣ ਜਾਗਦਿਆਂ, ਸੌਂਦਿਆਂ, ਉੱਠਦਿਆਂ, ਬਹਿੰਦਿਆਂ, ਇੱਧਰ ਉੱਧਰ ਤੁਰਦੇ ਫਿਰਦੇ ਵਿਚਰਦਿਆਂ, ਜਾਂ ਟਿਕ ਕੇ ਕਿਤੇ ਸਮਾਧੀ ਵਿੱਚ ਲੀਨ ਹੁੰਦਿਆਂ ਤੁਹਾਡੀ ਇੱਕ ਰਸ ਬਿਰਤੀ ਹੋ ਜੇ। ਕਹਿਣ ਦਾ ਭਾਵ ਜਿਹੜਾ ਅੱਖਾਂ ਮੀਟ ਕੇ ਅੰਦਰੋਂ ਆਨੰਦ ਸੀ, ਅੱਖਾਂ ਖੋਲ ਕੇ ਵੀ ਤੁਹਾਨੂੰ ਉਸੇ ਦੇ ਦਿਦਾਰ ਹੋਣਗੇ। ਹੁਣ ਉਹ ਅਵਸਥਾ ਬਣੇਗੀ ਜਿਹੜਾ ਰੋਜ਼ ਤੁਸੀਂ ਬਾਣੀ ਚੋਂ ਪੜ੍ਹਦੇ ਹੋ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਸਾਰੇ ਪਾਸੇ ਉਹਦਾ ਹੁਕਮ ਵਰਤ ਰਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਆਨੰਦ ਮਾਣਿਆ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਜਿਨੇ ਚਾਖੀ ਸੋਈ ਜਾਣੇ, ਗੂੰਗੇ ਕੀ ਮਠਿਆਈ। ਇਹ ਤੇ ਗੂੰਗਾ ਕਹੋ ਕਬੀਰ, ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕੀ ਕਹੇਗਾ? ਉਹਦੇ ਹਾਵ ਭਾਵ ਦੱਸਣਗੇ, ਫਿਰ ਉਹ ਤੇ ਵਾਹ ਵਾਹ ਹੀ ਕਰਦਾ, ਆਨੰਦ ਹੀ ਮਾਣਦਾ। ਤਾਂ ਹੀ ਤੇ ਸਿੱਖ ਵਾਹਿਗੁਰੂ ਵਾਹਿਗੁਰੂ ਕਰਕੇ ਵਾਹ ਵਾਹ, ਸੌਂਦਿਆਂ ਵੀ ਵਾਹ ਵਾਹ, ਉੱਠਦਿਆਂ ਵੀ ਵਾਹ ਵਾਹ ਕਰਦਾ। ਆਨੰਦ ਇਹੋ ਜਿਹਾ ਬਣ ਜਾਂਦਾ ਹੈ ਜਦੋਂ ਅੰਤਰ ਬਿਰਤੀ ਦੇ ਵਿੱਚ ਕਿਸੇ ਦਾ ਧਿਆਨ ਟਿਕ ਜਾਂਦਾ ਹੈ। ਦੀਰਘ ਦ੍ਰਿਗ ਉਘਾਰ ਕਰ ਅਣਜ ਬਲੋਕਿਓ, ਮਹਿਮਾ ਮਹਾ ਜਾਣ ਸੁਖ ਪਾਏ। ਧੰਨ ਗੁਰੂ ਅਰਜਨ ਸਾਹਿਬ ਨੇ ਇਹੋ ਜਿਹਾ ਆਤਮ ਗਿਆਨ ਪ੍ਰਗਟ ਕੀਤਾ। ਹੁਣ ਅੱਖਾਂ ਖੋਲ ਕੇ ਬਾਬਾ ਮਹਾਦੇਵ ਜੀ ਜਦੋਂ ਵੇਖਦੇ ਨੇ, ਆਪਣੇ ਛੋਟੇ ਭਰਾ ਵੱਲ ਵੇਖਿਆ, ਜਿਹੜਾ ਕੇਵਲ ਭਰਾ ਨਜ਼ਰ ਆਉਂਦਾ ਸੀ। ਹੁਣ ਪਤਾ ਲੱਗ ਗਿਆ ਇਹ ਤੇ ਰੱਬ ਪਰਮੇਸ਼ਰ ਇੱਕ, ਗੁਰੂ ਤੇ ਪਰਮੇਸ਼ਰ ਇੱਕੋ ਨੇ। ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰ ਪਰਮੇਸ਼ਰ ਇੱਕੋ ਜਾਣ। ਮੈਂ ਤੇ ਸ਼ਰੀਰਾਂ ਕਰਕੇ ਕੇਵਲ ਭੇਦ ਸਮਝਦਾ ਰਹਿ ਗਿਆ, ਇਹ ਤੇ ਇੱਕ ਰੂਪ ਨੇ, ਪਰਮੇਸ਼ਰ ਦਾ ਹੀ ਰੂਪ ਨੇ। ਇਸ ਤਰ੍ਹਾਂ ਛੋਟੇ ਭਰਾ ਦੀ ਵੱਡੀ ਵਡਿਆਈ ਜਾਣ ਕੇ ਆਤਮਿਕ ਸੁੱਖ ਜਿਹੜਾ ਸੀ ਬਾਬਾ ਮਹਾਦੇਵ ਜੀ ਨੇ ਮਾਨਣਾ ਕੀਤਾ ਹੈ। ਨਿਸਬਾ ਸੁਰ ਕੀ ਮਹਾ ਸਮਾਧੀ, ਸੋ ਸਭ ਜਾਣੀ ਇੱਕ ਰਸ ਭਾਏ। ਇਸ ਤਰੀਕੇ ਨਾਲ ਦਿਨ ਰਾਤ ਇਹ ਅਡੋਲ ਸਮਾਧੀ ਵਾਲੀ ਅਵਸਥਾ ਸੀ। ਅੱਖਾਂ ਖੋਲਦਿਆਂ ਵੀ ਰੱਬ ਨਜ਼ਰ ਆਉਂਦਾ ਹੈ, ਬੰਦ ਕਰਦਿਆਂ ਵੀ ਰੱਬ ਨਜ਼ਰ ਆਉਂਦਾ। ਇੱਕ ਰਸ ਹਰ ਥਾਂ ਤੇ, ਇੱਕ ਓੰਕਾਰ ਦੇ ਦਿਦਾਰੇ ਹੁੰਦੇ ਹਨ। ਏਕ ਆਤਮਾ ਪੂਰਨ ਨਭ ਸਮ, ਅੰਤਰ ਵਹਿਰ ਬ੍ਰਹਮ ਦ੍ਰਿਸ਼ਟਾਏ। ਜਿਵੇਂ ਆਕਾਸ਼ ਸਾਰੇ ਪਾਸੇ ਪਸਰਿਆ ਹੈ, ਇਸੇ ਤਰ੍ਹਾਂ ਇੱਕ ਪਰਮਾਤਮਾ ਹੀ ਸਾਰੇ ਪਾਸੇ ਨਜ਼ਰ ਆਉਂਦਾ। ਅੰਦਰ ਬਾਹਰ ਕੇਵਲ ਬ੍ਰਹਮ ਹੀ ਬ੍ਰਹਮ, ਪਰਮੇਸ਼ਰ ਦਾ ਸਰੂਪ ਸਾਰੇ ਪਾਸੇ ਝਾਤ ਮਾਰਿਆ ਦਿਖਦਾ ਹੈ। ਨਮਸਕਾਰ ਕਰ ਉਠਤ ਭਇਓ ਤਬ, ਕਹਾਂ ਭਇਓ ਇਹ ਚਿਤ ਬਿਸਮਾਏ। ਅਜੇ ਤੱਕ ਛੋਟਾ ਭਰਾ ਕਰਕੇ ਬੇਸ਼ੱਕ ਮੁਖੋਂ ਬੜੇ ਸ਼ਬਦ ਪਿਆਰੇ ਕਹੇ ਸਨ, ਪਰ ਹੁਣ ਇਹ ਵਡਿਆਈ ਲੀਲਾ ਇਹੋ ਜੀ ਵਰਤੀ। ਬਾਬਾ ਮਹਾਦੇਵ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਨਮਸਕਾਰ ਕਰਕੇ ਉੱਠੇ ਐ, ਹੈਰਾਨ ਹੋ ਗਏ ਨੇ, ਕੀ ਭਾਣਾ ਵਰਤ ਗਿਆ, ਕਲਾ ਕੀ ਵਰਤੀ, ਕਿਹੋ ਜੀ ਖੇਡ ਹੋ ਗਈ ਹੈ। ਚਿੱਤ ਬਿਸਮਾਦ ਵਿੱਚ ਆ ਗਿਆ, ਹੈਰਾਨ ਹੋ ਗਿਆ। ਹੈਰਾਨੀ ਹੀ ਹੈਰਾਨੀ ਵਿੱਚ ਵਾਹ ਵਾਹ ਦੀ ਧੁਨ ਅੰਦਰੋਂ ਪ੍ਰਗਟ ਹੁੰਦੀ ਹੈ। ਰਾਗ ਨਾ ਦਵੈਸ਼ ਨਾ ਮੋਹ ਨਾ ਮਾਇਆ, ਪਰਦਾ ਮਿਟਿਓ ਪਛਾਨਿਓ ਏਕ। ਹੁਣ ਕੋਈ ਪ੍ਰੇਮ ਨਹੀਂ, ਕੋਈ ਈਰਖਾ ਨਹੀਂ, ਨਾ ਕੋਈ ਮੋਹ ਹੈ, ਨਾ ਅਵਿਦਿਆ ਰੂਪੀ ਮਾਇਆ ਦਾ ਪਰਦਾ ਹੈ। ਸਾਰੇ ਪਰਦੇ ਹਟ ਗਏ ਨੇ ਤੇ ਹੁਣ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇਹ ਅਵਸਥਾ ਸਮਝ, ਇੱਕ ਹੀ ਇੱਕ ਨਜ਼ਰ ਆ ਰਿਹਾ ਹੈ ਸਾਰੇ ਪਾਸੇ। ਇੱਕ ਦੋਏ ਦਿਨ ਪੁਨ ਬਸੇ ਤਸੀਪੁਰ, ਅਤ ਸੁਖ ਪਾਇਸ ਪਰਮ ਵਿਵੇਕ। ਇਸ ਮਹਾਨ ਅਵਸਥਾ ਵਿੱਚ, ਆਤਮ ਗਿਆਨ ਦੀ ਅਵਸਥਾ ਵਿੱਚ, ਸਭ ਮੈਂ ਜੋਤ ਜੋਤ ਹੈ ਸੋਏ ਦੀ ਕਲਾ ਵਰਤ ਰਹੀ ਹੈ। ਸਾਰੇ ਪਾਸੇ ਜਿੱਧਰ ਵੇਖਦੇ ਨੇ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਉਸ ਤੋਂ ਬਗੈਰ ਕੁਝ ਨਜ਼ਰ ਹੀ ਨਹੀਂ ਆਉਂਦਾ। ਜਿੱਧਰ ਝਾਤ ਮਾਰਦੇ ਨੇ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਵਾਲੀ ਕਲਾ ਵਰਤ ਰਹੀ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਪਰਮਾਤਮਾ ਇੱਕ ਸਾਰੇ ਪਾਸੇ ਨਜ਼ਰ ਆ ਰਿਹਾ ਹੈ। ਇਹ ਅਵਸਥਾ ਵੇਖ ਕਰਕੇ ਇਹ ਇੱਕ ਦੋ ਦਿਨ ਇਸ ਤਰੀਕੇ ਨਾਲ ਇਸੇ ਆਤਮਿਕ ਸੁੱਖ ਦੇ ਵਿੱਚ, ਪਰਮ ਵਿਵੇਕ ਦੀ ਅਵਸਥਾ, ਜਿੱਥੇ ਆਤਮਿਕ ਗਿਆਨ ਸਹੀ ਗਲਤ ਦੀ ਸਾਰੀ ਸੂਝ ਹੋ ਜਾਂਦੀ ਹੈ, ਇਸ ਅਵਸਥਾ ਵਿੱਚ ਬਤੀਤ ਕੀਤੀ ਹੈ। ਤਬ ਸ੍ਰੀ ਅਰਜਨ ਗਿਰਾ ਬਖਾਨੀ, ਸੁਨੋ ਭਰਾਤ ਤਨ ਤਜਬੀ ਟੇਕ। ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਦੱਸਣਾ ਕੀਤਾ, ਹੈ ਭਰਾ ਜੀ, ਇਹ ਸਰੀਰ ਵੀ ਜਿਹੜਾ ਹੈ ਅਸਲ ਦੇ ਵਿੱਚ ਤੁਸਾਂ ਛੱਡਣਾ ਹੈ।
ਕਿੰਨਾ ਕੁ ਸਮਾਂ ਹੋਰ ਇਸ ਨੇ ਰਹਿਣਾ ਹੈ ਤੇ ਕਿਵੇਂ ਇਹ ਸਰੀਰ ਛੁੱਟਣਾ ਹੈ, ਉਹਦੇ ਬਾਰੇ ਵੀ ਸੁਣਨਾ ਕਰੋ। ਦੋਏ ਦਿਵਸ ਮਹਿ ਪ੍ਰਾਨਣ ਤਿਆਗੋ, ਬਸੈ ਇਹਾਂ ਹੈ ਸਿੱਖ ਅਨੇਕ। ਕਿਉਂਕਿ ਹੁਣ ਆਤਮ ਅਵਸਥਾ ਦੀ ਸੂਝ ਹੋ ਗਈ ਸੀ, ਇਸ ਕਰਕੇ ਉਹ ਅਵਸਥਾ ਦੀਆਂ ਗੱਲਾਂ ਵੀ ਸਤਿਗੁਰੂ ਪਾਤਸ਼ਾਹ ਸਾਂਝ ਪਾ ਸਕਦੇ ਸਨ। ਇਸ ਕਰਕੇ ਕਹਿੰਦੇ ਨੇ 2 ਦਿਨਾਂ ਬਾਅਦ ਤੁਸੀਂ ਇਹ ਸਰੀਰ ਜਿਹੜਾ ਹੈ ਹੁਣ ਤਿਆਗ ਦੇਣਾ ਹੈ। ਇਸ ਕਰਕੇ ਹੁਣ ਵਾਪਸ ਅੰਮ੍ਰਿਤਸਰ ਜਾਣ ਦੀ ਥਾਂ ਇਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ 2 ਦਿਨ ਜਿਹੜੇ ਹੋਰ ਆਪਾਂ ਇੱਥੇ ਬਤੀਤ ਕਰੀਏ। ਨਾਲੇ ਬਹੁਤ ਸਾਰੇ ਸਿੱਖ ਤੁਹਾਡੇ ਨਾਲ ਪਿਆਰ ਕਰਨ ਵਾਲੇ ਸੰਗਤਾਂ ਵੀ ਬਹੁਤ ਇੱਥੇ ਜੁੜੀਆਂ ਹਨ। ਸ੍ਰੀ ਗੁਰ ਅਮਰ ਅੰਸ ਹੈ ਏਠਾਂ, ਪਿਤ ਨਾਨੇ ਤਨ ਤਿਆਗਣ ਥਾਨ। ਫਿਰ ਨਾਲ ਹੀ ਇਸੇ ਅਸਥਾਨ ਤੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਵੀ ਸਾਡੇ ਕੋਲ ਹੈ, ਪਿਤਾ ਜੀ ਦਾ ਵੀ ਇਸੇ ਅਸਥਾਨ ਤੇ ਉਹਨਾਂ ਨੇ ਸਰੀਰ ਤਿਆਗਿਆ ਸੀ। ਨਾਨਾ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਇੱਥੇ ਹੀ ਗੋਇੰਦਵਾਲ ਸਾਹਿਬ ਸਰੀਰ ਤਿਆਗਿਆ ਸੀ। ਜੋ ਗਜ ਫੂਲ ਮਾਲ ਕੋ ਡਾਰੇ, ਤਿਮ ਤੁਮ ਤਜੋ ਦੇਹ ਸੁਖ ਮਾਨ। ਕਹਿੰਦੇ ਜਿਵੇਂ ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਵੇ ਨਾ, ਉਹ ਫੁੱਲਾਂ ਦੀ ਮਾਲਾ ਸੁੰਨ ਨਾਲ ਤੋੜ ਕਰਕੇ ਪਾਸੇ ਕਰ ਦਿੰਦਾ, ਲਾ ਕੇ ਪਾਸੇ ਕਰ ਦਿੰਦਾ ਹੈ। ਉਹ ਬਹੁਤਾ ਧਿਆਨ ਨਹੀਂ ਫੁੱਲਾਂ ਦੀ ਮਾਲਾ ਵਾਲੇ ਪਾਸੇ ਕਰਦਾ, ਉਹਦਾ ਕੋਈ ਮੋਹ ਨਹੀਂ ਉਹਦੇ ਨਾਲ। ਫੁੱਲਾਂ ਦੀ ਮਾਲਾ ਲਾਉਣ ਲੱਗਿਆਂ ਤੋੜਨ ਲੱਗਿਆਂ ਉਹ ਪੱਲ ਨਹੀਂ ਲਾਉਂਦਾ, ਖਿੰਨ ਨਹੀਂ ਲਾਉਂਦਾ। ਕਹਿੰਦੇ ਇਸੇ ਤਰੀਕੇ ਨਾਲ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਨਾਲ ਪਿਆਰ ਨਹੀਂ ਨਾ ਕਰਦਾ, ਕਹਿੰਦੇ ਇਸੇ ਤਰ੍ਹਾਂ ਹੁਣ ਤੁਹਾਡੀ ਅਵਸਥਾ ਹੈ। ਇਹ ਸਰੀਰ ਦਾ ਮੋਹ ਵੀ ਤੁਹਾਡੇ ਅੰਦਰ ਹੁਣ ਕਿਸੇ ਪ੍ਰਕਾਰ ਦੀ ਖਿੱਚ ਨਹੀਂ ਪੈਦਾ ਕਰੇਗਾ। ਪ੍ਰਾਣ ਸਰੀਰ ਨੂੰ ਤਿਆਗਣ ਲੱਗਿਆਂ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਤਿਆਗ ਦਿੰਦਾ ਹੈ, ਇਸੇ ਤਰੀਕੇ ਨਾਲ ਤੁਹਾਡਾ ਸਰੀਰ ਜਿਹੜਾ ਹੈ ਇਹ ਫੁੱਲਾਂ ਦੀ ਮਾਲਾ ਰੂਪ ਹੋ ਜਾਏਗਾ ਤੇ ਪ੍ਰਾਣ ਹਾਥੀ ਸਮਾਨ ਸਮਝ ਲਓ। ਤੇ ਇਹ ਸਰੀਰ ਤਿਆਗਣ ਲੱਗਿਆਂ ਤੁਹਾਡੇ ਪ੍ਰਾਣਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਕਸ਼ਟ ਨਹੀਂ ਹੋਏਗਾ। ਇਹ ਖਿੰਨ ਵਿੱਚ ਤੁਸੀਂ ਤਿਆਗਣ ਸਮਰੱਥ ਹੋ ਜਾਓਗੇ। ਸੁਣਤ ਪ੍ਰਫੁੱਲਤ ਮਹਾਦੇਵ ਭਾ, ਅਬ ਕੁਛ ਕਰਨੋ ਰਹਿਓ ਨਾ ਜਾਣ। ਕਹਿੰਦੇ ਇਸ ਤਰੀਕੇ ਨਾਲ ਤੁਸੀਂ ਇਹ ਸਰੀਰ ਦੇ ਮੋਹ ਤੋਂ ਆਜ਼ਾਦ ਹੋ ਕੇ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲੇ ਵਾਲੀ ਕਲਾ ਵਰਤੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਮਿਲੇਗੀ। ਇਸ ਕਰਕੇ ਕਹਿੰਦੇ ਨੇ ਕਿ ਤੁਸੀਂ ਹੁਣ ਇਹ ਜਿਹੜਾ ਸਰੀਰ ਹੈ ਇਸ ਢੰਗ ਦੇ ਨਾਲ ਮੋਹ ਤੋਂ ਆਜ਼ਾਦ ਹੋ ਕੇ ਤਿਆਗ ਦੇਵੋਗੇ। ਤੁਹਾਨੂੰ ਇਸ ਤਰੀਕੇ ਨਾਲ ਇਹ ਆਤਮ ਤੌਰ ਤੇ ਮੁਕਤ ਅਵਸਥਾ ਪ੍ਰਾਪਤ ਹੋਈ ਹੈ ਤੇ ਇਹ ਜਿਉਂਦਿਆਂ ਜਿਹੜਾ ਮੁਕਤ ਹੈ, ਮਰਦਿਆਂ ਵੀ ਉਹ ਸਰੀਰ ਤਿਆਗਣ ਤੋਂ ਬਾਅਦ 'ਚ ਵੀ ਮੁਕਤ ਹੈ। ਇਹ ਜੀਵਤ ਮੁਕਤ ਅਵਸਥਾ ਦੇ ਕੇ ਜਿੱਥੇ ਬਖਸ਼ਿਸ਼ ਕਰਦੇ ਨੇ। ਇਹ ਗੱਲਾਂ ਸੁਣ ਕਰਕੇ, ਅੰਮ੍ਰਿਤ ਬਚਨ ਸੁਣ ਕੇ ਬਾਬਾ ਮਹਾਦੇਵ ਜੀ ਬੜੇ ਪ੍ਰਸੰਨ ਹੁੰਦੇ ਨੇ। ਕੁਝ ਉਹਨਾਂ ਕੋ ਕਿਹਾ ਨਹੀਂ ਜਾਂਦਾ ਹੈ। ਨਹਿ ਚਿੰਤਾ ਤਨ ਰਾਖਣ ਤਿਆਗਣ, ਹੋਏ ਭਲੇ ਗਤ ਕਰਮ ਨਠਾਨ। ਹੁਣ ਕੋਈ ਚਿੰਤਾ ਨਹੀਂ ਕਿ ਸਰੀਰ ਕਦੋਂ ਰੱਖਣਾ ਹੈ, ਕਦੋਂ ਤਿਆਗ ਦੇਣਾ ਹੈ। ਇਹ ਇਸ ਢੰਗ ਦੀ ਉਹਨਾਂ ਦੀ ਅਵਸਥਾ ਬਣ ਗਈ ਹੈ ਕਿ ਹੁਣ ਗੁਰੂ ਸਾਹਿਬ ਤੁਹਾਡੀ ਬਖਸ਼ਿਸ਼ ਕਰਕੇ ਜੋ ਹੋਏਗਾ ਹੁਣ ਭਲਾ ਹੀ ਭਲਾ ਹੋਏਗਾ। ਸਰੀਰ ਰਵੇ ਜਾਂ ਨਾ ਰਵੇ, ਤੁਹਾਡੀ ਬਖਸ਼ਿਸ਼ ਚਾਹੀਦੀ। ਇੱਦਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਕਿਉਂਕਿ ਭਰੋਸਾ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਬਹੁਰ ਹਮ ਕਾਹੇ ਆਵੇਂਗੇ, ਆਮਨ ਜਾਨਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵੇਂਗਾ। ਜਿੱਤੇ ਬਖਸ਼ਿਸ਼ ਹੋ ਜੇ ਫਿਰ ਉਹ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਜਿਵੇਂ ਸਰੀਰ ਫਿਰ ਬਾਬਾ ਮਹਾਦੇਵ ਜੀ ਤਿਆਗਦੇ ਹੈ, ਅੰਤਮ ਸੰਸਕਾਰ ਦੀ ਸਾਰੀ ਮਰਿਆਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨਿਭਾ ਕੇ ਫਿਰ ਸ਼੍ਰੀ ਅੰਮ੍ਰਿਤਸਰ ਗੁਰੂ ਕੀ ਨਗਰੀ ਵਾਪਸ ਆਉਂਦੇ ਹੈ। ਇੱਥੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਕਿਸ ਤਰੀਕੇ ਨਾਲ ਬਾਲ ਉਮਰ ਉਹਨਾਂ ਦਾ ਬਤੀਤ ਹੁੰਦਾ ਹੈ, ਗੁਰੂ ਅਰਜਨ ਸਾਹਿਬ ਦੀਆਂ ਸਿਫਤਾਂ ਤੇ ਫਿਰ ਸ਼ਹੀਦੀ ਵਾਲੇ ਪਾਸੇ ਦੇ ਜਿਵੇਂ ਪ੍ਰਸੰਗ ਅੱਗੇ ਵਰਤਣਗੇ, ਆਪਾਂ ਆਉਣ ਵਾਲੇ ਦੀਵਾਨਾਂ 'ਚ ਰਲ ਕੇ ਸਾਰੇ ਹੀ ਵਿਚਾਰਾਂਗੇ, ਗੁਰ ਇਤਿਹਾਸ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਨਾਲ ਖਿਮਾ ਦੇ ਜਾਚਕਾਂ, ਭੁੱਲ ਚੁੱਕ ਦੀ ਖਿਮਾ, ਸਭ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੁਣਤ ਪ੍ਰਫੁੱਲਤ ਮਹਾਦੇਵ ਭਾ, ਆਪ ਕਿਛ ਕਰਨੋ ਰਹਿਓ ਨਾ ਜਾਣ। ਨਹਿ ਚਿੰਤਾ ਤਨ ਰਾਖਣ ਤਿਆਗਣ, ਹੋਏ ਭਲੇ ਗਤ ਕਰਮ ਨਠਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।